ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਦੁਖ ਬਿਦਾਰਨ ਸੁਖ ਦਾਤੇ ਸਤਿਗੁਰ, ਬਿਦਾਰਨ ਸੁਖ ਦਾਤੇ ਸਤਿਗੁਰ, ਜਾਂ ਕੋ ਭੇਟਤ ਹੋਏ ਸਗਲ ਸਿਧ। ਦੁਖ ਬਿਦਾਰ ਸੁਖ ਦਾਤੇ ਸਤਿਗੁਰ, ਜਾਂ ਕੋ ਭੇਟਤ ਹੋਏ ਸਗਲ ਸਿਧ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਦੁਖ ਬੇਦਾਰਨ ਸੁਖ ਦਾਤੇ ਸਤਿਗੁਰ, ਦੁਖ ਬਿਦਾਰਨ ਸੁਖ ਦਾਤੇ ਸਤਿਗੁਰ। ਦੁਖ ਬਿਦਾਰਨ ਸੁਖ ਦਾਤੇ ਸਤਿਗੁਰ, ਜਾਂ ਕੋ ਭੇਟਤ ਹੋਏ ਸਗਲ ਸਿਧ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਸਿਮਰਤ ਨਾਮ ਮਨੈ ਸਾਧਾਰੈ, ਸਿਮਰਤ ਨਾਮ ਮਨੈ ਸਾਧਾਰੈ, ਕੋਟ ਪਰਾਧੀ ਕਿਨ ਮੈਂ ਤਾਰੈ। ਸਿਮਰਤ ਨਾਮ ਮਨ ਹੈ ਸਦਾਰੈ, ਕੋਟ ਪਰਾਧੀ ਕਿਨ ਮੈਂ ਤਾਰੈ। ਕੋਟ ਪਰਾਧੀ ਕਿਨ ਮੈਂ ਤਾਰੈ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਦੁਖ ਬਿਦਾਰਨ ਸੁਖ ਦਾਤੇ ਸਤਿਗੁਰ, ਦੁਖ ਬਿਦਾਰਨ ਸੁਖ ਦਾਤੇ ਸਤਿਗੁਰ। ਦੁਖ ਬਿਦਾਰ ਸੁਖ ਦਾਤੇ ਸਤਿਗੁਰ, ਜਾਂ ਕੋ ਭੇਟਤ ਹੋਏ ਸਗਲ ਸਿਧ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ, ਗਾਈਐ ਗੁਣ ਗੋਪਾਲ ਕਿਰਪਾ ਨਿਧ।
ਜਾਂ ਕੋ ਚੀਤ ਆਵੇ ਗੁਰ ਆਪਣਾ ਜਾਂ ਕੋ ਚੀਤ ਆਵੇ ਗੁਰ ਆਪਣਾ ਚੀਤ ਆਵੇ ਗੁਰ ਆਪਣਾ ਜਾਂ ਕੋ ਚੀਤ ਆਵੇ ਚੀਤ ਆਵੇ ਤਾਂ ਸਦਾ ਆਨੰਦ ਚੀਤ ਆਵੇ ਭੇਟੇ ਗੋਬਿੰਦ ਜਾਂ ਕੋ ਚੀਤ ਆਵੇ ਗੁਰ ਆਪਣਾ ਜਾਂ ਕੋ ਚੀਤ ਆਵੇ ਚੀਤ ਆਵੇ ਜਾਂ ਕੋ ਚੀਤ ਆਵੇ ਗੁਰ ਆਪਣਾ ਤਾਂ ਕੋ ਦੁੱਖ ਨਾਹੀ ਤਿਲ ਸੁਪਨਾ ਜਾਂ ਕੋ ਚੀਤ ਆਵੇ ਗੁਰ ਆਪਣਾ ਤਾਂ ਕੋ ਦੁੱਖ ਨਹੀਂ ਤਿਲ ਸੁਪਨਾ ਤਾਂ ਕੋ ਦੁੱਖ ਨਹੀਂ ਤਿਲ ਸੁਪਨਾ ਗਾਈਐ ਗੁਣ ਗੋਪਾਲ ਕਿਰਪਾ ਨਿਧ ਗਾਈਐ ਗੁਣ ਗੋਪਾਲ ਗਾਈਐ ਗੁਣ ਗੋਪਾਲ ਕਿਰਪਾ ਨਿਧ ਗਾਈਐ ਗੁਣ ਗੋਪਾਲ ਦੁਖ ਬਿਦਾਰ ਸੁਖ ਦਾਤੇ ਸਤਿਗੁਰ ਦੁਖ ਬਿਦਾਰਣ ਸੁਖ ਦਾਤੇ ਸਤਿਗੁਰ ਦੁਖ ਬਿਦਾਰ ਸੁਖ ਦਾਤੇ ਸਤਿਗੁਰ ਜਾਂ ਕੋ ਭੇਟਤ ਹੋਏ ਸਗਲ ਸਿਧ ਗਾਈਐ ਗੁਣ ਗੋਪਾਲ ਕਿਰਪਾ ਨਿਧ ਗਾਈਐ ਗੁਣ ਗੋਪਾਲ ਗਾਈਐ ਗੁਣ ਗੋਪਾਲ ਕਿਰਪਾ ਨਿਧ ਗਾਈਐ ਗੁਣ ਗੋਪਾਲ ਵਾਹਿਗੁਰੂ ਜਾਂ ਕੋ ਸਤਿਗੁਰ ਆਪਣਾ ਰਾਖੈ ਜਾਂ ਕੋ ਸਤਿਗੁਰ ਆਪਣਾ ਰਾਖੈ ਸੋ ਜਨ ਹਰ ਰਸ ਰਸ ਨਾ ਚਾਖੈ ਜਾਂ ਕੋ ਸਤਿਗੁਰ ਆਪਣਾ ਰਾਖੈ ਜਾਂ ਕੋ ਸਤਿਗੁਰ ਆਪਣਾ ਰਾਖੈ ਸੋ ਜਨ ਹਰ ਰਸ ਰਸ ਨਾ ਚਾਖੈ ਸੋ ਜਨ ਹਰ ਰਸ ਰਸ ਨਾ ਚਾਖੈ ਗਾਈਐ ਗੁਣ ਗੋਪਾਲ ਕਿਰਪਾ ਨਿਧ ਗਾਈਐ ਗੁਣ ਗੋਪਾਲ ਗਾਈਐ ਗੁਣ ਗੋਪਾਲ ਕਿਰਪਾ ਨਿਧ ਗਾਈਐ ਗੁਣ ਗੋਪਾਲ ਦੁਖ ਬਿਦਾਰਣ ਸੁਖ ਦਾਤੇ ਸਤਿਗੁਰ ਦੁਖ ਬਿਦਾਰਣ ਗੁਰ ਦਾਤੇ ਸਤਿਗੁਰ ਜੀ ਦੁਖ ਬਿਦਾਰਣ
सुख दाते सतगुर जाको भेटत हुए सगल सिद्ध गाइए गोपाल कृपा निध गाइए गुण गोपाल गाइए गुण गोपाल कृपा निध गाइए गुण गोपाल गुण गोपाल। कहो नानक गुर कीनी मया कहो नानक गुर कीनी मया कहो नानक गुर कीनी मया हलत पलत मुख उजल भया हलत पलत मुख उजल भया हलत पलत मुख उजल भया हलत सुख पलत सुख नित सुख सिमरणो नाम गोबिंद का सदा लीजै मिटे कमाणे पाप चिराणे साध संगत मिल मुआ जीजै हालत पलत मुख उजल भया कहो नानक प्रभ कीनी मया प्रभ कीनी मया हलत पलत मुख उजल भया इच्छा पूरक सर्ब सुख दाता हर जाके वस है काम तेना सो ऐसा हर ध्याय मेरे जीणे तां सर्ब सुख पावे मेरे मना जप मन सतनाम सदा सतनाम हलत पलत मुख उजल होई है हलत पलत मुख उजल भया हलत पलत मुख उजल होई है नित ध्याइयै हर पुरख निरंजना हलत पलत मुख उजल भया ऐथै ओथै रखवाला ऐथै ओथै हलत पलत ऐथै ओथै रखवाला प्रभ सतगुर दीन दयाला प्रभ सतगुर दीन दयाला इहाँ सुख आगे मुख उजल ऐथै ओथै हलत पलत इहाँ सुख आगे मुख उजल संग संतन के पाइए संग संतन के पाइए
ਕਹੋ ਨਾਨਕ ਗੁਰ ਕੀਨੀ ਮਇਆ। ਕਹੋ ਨਾਨਕ ਗੁਰ ਕੀਨੀ ਮਇਆ। ਹਲਤ ਪਲਤ ਮੁਖ ਉਜਲ ਭਇਆ। ਕਹੋ ਨਾਨਕ ਗੁਰ ਕੀਨੀ ਮਇਆ। ਹਲਤ ਪਲਤ ਮੁਖ ਉਜਲ ਭਇਆ। ਹਲਤ ਪਲਤ ਮੁਖ ਉਜਲ ਭਇਆ। ਗਾਈਐ ਗੁਣ ਗੋਪਾਲ ਕਿਰਪਾ ਨਿਧ। ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ। ਗਾਈਐ ਗੁਣ ਗੋਪਾਲ। ਦੁਖ ਬਿਦਾਰ ਸੁਖ ਦਾਤੇ ਸਤਿਗੁਰ। ਦੁਖ ਬਿਦਾਰਨ ਸੁਖ ਦਾਤੇ ਸਤਿਗੁਰ। ਦੁਖ ਬਿਦਾਰ ਸੁਖ ਦਾਤੇ ਸਤਿਗੁਰ। ਜਾਂ ਕੋ ਭੇਟਤ ਹੋਏ ਸਗਲ ਸਿਧ। ਗਾਈਐ ਗੁਣ ਗੋਪਾਲ ਕਿਰਪਾ ਨਿਧ। ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ। ਗਾਈਐ ਗੁਣ ਗੋਪਾਲ। ਗਾਈਐ ਗੁਣ ਗੋਪਾਲ ਕਿਰਪਾ ਨਿਧ। ਗਾਈਐ ਗੁਣ ਗੋਪਾਲ। ਗੁਣ ਗੋਪਾਲ। ਗੁਣ ਗੋਪਾਲ। ਪਾਣੀ ਮਾਹੇ ਦੇਖ ਮੁਖ ਜੈਸਾ। ਪਾਣੀ ਮਾਹੇ ਦੇਖ ਮੁਖ ਜੈਸਾ। ਪਾਣੀ ਮਾਹੇ ਦੇਖ ਮੁਖ ਜੈਸਾ। ਨਾਮੇ ਕੋ ਸੁਆਮੀ ਬੀਠਲ ਐਸਾ। ਨਾਮੇ ਕੋ ਸੁਆਮੀ ਬੀਠਲ ਐਸਾ। ਪਾਣੀ ਮਾਹੇ ਦੇਖ ਮੁਖ ਜੈਸਾ। ਪਾਣੀ ਮਾਹੇ ਦੇਖ ਮੁਖ ਜੈਸਾ। ਨਾਮੇ ਕੋ ਸੁਆਮੀ ਬੀਠਲ ਐਸਾ। ਨਾਮੇ ਕੋ ਸੁਆਮੀ ਬੀਠਲ ਐਸਾ। ਪਾਣੀ ਮਾਹੇ ਦੇਖ ਮੁਖ ਜੈਸਾ। ਪਾਣੀ ਮਾਹੇ ਦੇਖ ਮੁਖ ਜੈਸਾ। ਨਾਮੇ ਕੋ ਸੁਆਮੀ ਬੀਠਲ ਐਸਾ। ਨਾਮੇ ਕੋ ਸੁਆਮੀ ਬੀਠਲ ਐਸਾ। ਐਸੋ ਰਾਮ ਰਾਮ
दर्पण माहे बदन परवानी। ऐसो राम राय अंतर जामी, जैसे दर्पण माहे बदन परवानी। जैसे दर्पण माहे बदन परवानी। पानी माहे दे मुख जैसा, प्राणी माहे दे मुख जैसा। नामे को स्वामी बीठल ऐसा। नामे को स्वामी बीठल ऐसा। पानी माहे दे मुख जैसा। पानी माहे दे मुख जैसा। नामे को स्वामी बीठल ऐसा। नामे को स्वामी बीठल ऐसा। बसे कटा कट लीप न छीप। बंधन मुक्त जान न दीस। बंधन मुक्त बसे कटा कट लीप न छीप। बंधन मुक्ता जात न बंधन मुक्ता जात न दीस। पानी माहे दे मुख जैसा। पानी माहे दे मुख जैसा। नामे को स्वामी बीठल ऐसा। नामे को स्वामी बीठल ऐसा। पानी माहे दे मुख जैसा। पानी माहे दे मुख जैसा। नामे को स्वामी बीठल ऐसा। नामे को स्वामी बीठल ऐसा। इतनी हाजरी प्रवान करनी जी भुल चुकनी क्षमा। आओ सरवण करिए लड़ीवार गुर इतिहास की कथा सत्कारयोग ज्ञानी शेर सिंह जी होरां पासों। वाहिगुरू जी का खालसा वाहिगुरू जी की फतेह।
ਗਾਵੋ। ਬਿਗਨਨ ਕੇ ਨਾਸਕ ਪ੍ਰਕਾਸ਼ਕ ਜੋਰੀ ਨਮੋ ਕਰ ਜੋਰੀ। ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਗੁਰੂ ਹਰਗੋਬਿੰਦ ਕੇ ਨੰਦਨ ਬੰਦਨ ਜੋਗ। ਤੇਗ ਬਹਾਦਰ ਧਰਮ ਤੁਰ ਸਦਾ ਰਹਿ ਬ੍ਰਿਤ ਜੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦੀ ਗੋਦ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੋੜੀਏ। ਆਪ ਜੀ ਹਰ ਰੋਜ਼ ਮਹਾਰਾਜ ਦੀ ਕਥਾ ਸੁਣ ਰਹੇ ਹੋ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਹਿੰਦੀ ਚਾਦਰ 9ਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਪਵਿੱਤਰ ਨਗਰ ਵਸਾ ਰਹੇ ਹਨ। ਪਹਿਲਾਂ ਇਸ ਜਗ੍ਹਾ ਦਾ ਨਾਮ ਮਾਖੋਵਾਲ ਸੀ। ਜੋ ਮਾਖੋ ਦੈਂਤ ਇੱਥੇ ਰਹਿੰਦਾ ਸੀ ਉਸ ਨੂੰ ਵੀ ਸਤਿਗੁਰੂ ਜੀ ਨੇ ਤੋਰ ਦਿੱਤਾ ਇੱਥੋਂ। ਇਹ ਕਥਾ ਆਪਾਂ ਪਿਛਲੇ ਪ੍ਰਕਰਣ ਵਿੱਚ ਸੁਣੀ ਹੈ। ਹੁਣ ਸਤਿਗੁਰੂ ਪਾਤਸ਼ਾਹ ਨੇ ਇਸ ਨਗਰ ਨੂੰ ਕਿਵੇਂ ਉਸਾਰੀ ਕਰਵਾਈ, ਕਾਰੀਗਰਾਂ ਤੋਂ ਸੰਗਤਾਂ ਨੇ ਯੋਗਦਾਨ ਪਾਇਆ। ਸੰਨ 1665 ਦੇ ਵਿੱਚ ਅਨੰਦਪੁਰ ਸਾਹਿਬ ਵਸਾਇਆ ਗਿਆ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਗੁਰੂ ਹਰਗੋਬਿੰਦ ਕੇ ਨੰਦਨ ਬੰਦਨ ਜੋਗ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਹਨ, ਸਾਰੀ ਦੁਨੀਆ ਦੇ ਲਈ ਪੂਜਨੀਕ ਹਨ। ਤੇਗ ਬਹਾਦਰ ਧਰਮ ਤੁਰ ਸਦਾ ਰਹਿ ਬ੍ਰਿਧ ਜੋਗ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਿਰਤੀ ਹਮੇਸ਼ਾ ਅਕਾਲ ਪੁਰਖ ਜੁੜੀ ਰਹਿੰਦੀ ਹੈ। ਆਪ ਜੀ ਧਰਮ ਦੇ ਰਾਖੇ ਹਨ। ਚੌਪਈ। ਮੰਦਰ ਸੁੰਦਰ ਹੇਤ ਕਰਾਵਨ। ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾਉਣਾ ਸ਼ੁਰੂ ਕੀਤਾ ਹੈ। ਬੜੇ ਬੜੇ ਸੋਹਣੇ ਮਹਿਲ ਮਕਾਨ, ਲੋਕਾਂ ਦੇ ਘਰ ਤੇ ਗੁਰੂ ਘਰ ਦੀਆਂ ਬਿਲਡਿੰਗਾਂ ਬਣ ਰਹੀਆਂ ਹਨ। ਸ੍ਰੀ ਗੁਰ ਸ਼ਿਲਪੀ ਕਰੇ ਆਵਾਹਨ। ਮਹਾਰਾਜ ਨੇ ਦੂਰ ਦੂਰ ਤੋਂ ਕਾਰੀਗਰ, ਸ਼ਿਲਪੀ ਜਿਹੜੇ ਵਧੀਆ ਮਕਾਨ ਬਣਾਉਂਦੇ ਹਨ, ਲੱਕੜ ਦਾ ਕੰਮ ਕਰਦੇ ਹਨ, ਰਾਜ ਮਿਸਤਰੀ ਹਨ ਜਾਂ ਲੋਹੇ ਦਾ ਕੰਮ ਕਰਦੇ ਹਨ, ਜਿਹੋ ਜਿਹੇ ਕੰਮ ਦੀ ਲੋੜ ਹੈ ਉਹੋ ਜਿਹੇ ਕਾਰੀਗਰ ਬਹੁਤ ਸਾਰੇ ਸ੍ਰੀ ਅਨੰਦਪੁਰ ਸਾਹਿਬ 'ਚ ਬੁਲਾ ਲਏ ਹਨ। ਬ੍ਰਿੰਦ ਮਜੂਰ ਬੁਲਾਏ ਲਗਾਏ। ਔਰ ਬਹੁਤ ਸਾਰੇ ਮਜ਼ਦੂਰ ਦਿਹਾੜੀਦਾਰ, ਇੱਟਾਂ ਢੋਣ ਵਾਲੇ, ਗਾਰਾ ਬਣਾਉਣ ਵਾਲੇ, ਚੂਨਾ ਬਣਾਉਣ ਵਾਲੇ, ਚੂਨਾ ਪੀਣ ਵਾਲੇ, ਉਹ ਵੀ ਸਤਿਗੁਰੂ ਜੀ ਨੇ ਮੰਗਾ ਕੇ ਕੰਮ 'ਤੇ ਲਾ ਦਿੱਤੇ ਹਨ। ਧਰਮਸਾਲ ਕੋ ਬਿਉਂਤ ਬਣਾਏ। ਔਰ ਧਰਮਸਾਲ ਦੀ ਬੜੀ ਸੋਹਣੀ ਬਿਉਂਤ ਬਣ ਰਹੀ ਹੈ। ਭਾਵ
ਗੁਰੂ ਘਰ ਵੀ ਬਣ ਰਹੇ ਹਨ। ਗੁਰਦੁਆਰਾ ਜਿੱਥੇ ਪ੍ਰਕਾਸ਼ ਹੋਵੇਗਾ, ਬਾਣੀ ਦਾ ਕੀਰਤਨ ਹੋਵੇਗਾ, ਜਿੱਥੇ ਸੰਗਤਾਂ ਲੰਗਰ ਛਕਣਗੀਆਂ, ਜਿੱਥੇ ਸੰਗਤਾਂ ਦੀ ਆਵਾਜਾਈ ਹੋਵੇ ਤੇ ਰਿਹਾਇਸ਼ ਹੋਵੇਗੀ, ਉਹ ਸਾਰੀਆਂ ਬਿਲਡਿੰਗਾਂ, ਸਾਰੀਆਂ ਇਮਾਰਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਾਰ ਬਿਲੰਦ ਸੁਗੰਧਤ ਬ੍ਰਿੰਦ, ਕਹਿੰਦੇ ਬੜੀ ਸੁਗੰਧੀ ਵਾਲੀ, ਬੜੀ ਸੋਹਣੀ ਖੁਸ਼ਬੂਦਾਰ ਸੁੰਦਰ ਲੱਕੜੀ ਲੈ ਕੇ ਨਾਨਾ ਚਿਤਰਤ ਬਨ ਅਰਬਿੰਦ, ਉਹਨਾਂ ਦੇ ਉੱਤੇ ਬਹੁਤ ਸਾਰੀ ਚਿੱਤਰਕਾਰੀ ਤਖਾਣ ਮਿਸਤਰੀ ਕਰਦੇ ਹਨ। ਕਦੀ ਪੁਰਾਣੇ ਦਰਵਾਜ਼ੇ ਦੇਖੋ ਨਾ, ਪੁਰਾਣੇ ਸ਼ਹਿਰਾਂ ਦੇ ਵਿੱਚ ਚਗਾਠਾਂ ਦੇ ਉੱਤੇ ਬੜੀ ਕਢਾਈ ਕੱਢੀ ਹੁੰਦੀ ਸੀ, ਬਹੁਤ ਮਿਹਨਤ ਹੁੰਦੀ ਸੀ ਹੱਥ ਦੇ ਨਾਲ। ਮਿਸਤਰੀ ਕਈ ਮਹੀਨੇ, ਕਈ ਸਾਲ ਲਾ ਕੇ ਕੰਮ ਕਰਦੇ ਸੀ। ਦਰਵਾਜ਼ੇ ਤੇ ਬੜੀਆਂ ਸੋਹਣੀਆਂ ਚੁਗਾਠਾਂ ਬਣਾਉਂਦੇ ਸੀ, ਖਿੜਕੀਆਂ ਬਣਾਉਂਦੇ ਸੀ, ਬੂਹੇ ਬਾਰੀਆਂ ਬਣਾਉਂਦੇ ਸੀ। ਉਸ ਤਰੀਕੇ ਨਾਲ ਉਸ ਵੇਲੇ ਗੁਰੂ ਘਰ ਦੀਆਂ ਬਿਲਡਿੰਗਾਂ, ਇਮਾਰਤਾਂ ਬਣ ਰਹੀਆਂ ਹਨ ਅਤੇ ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰ ਲੱਕੜ ਦੇ ਵਧੀਆ ਤਖਤੇ, ਦਰਵਾਜ਼ੇ, ਬੂਹੇ ਬਾਰੀਆਂ ਬਣਾ ਰਹੇ ਹਨ। ਸੁਘਰਨ ਘਰ ਘਰ ਦੁਆਰਾ, ਸੁਗਰਨ ਘਰ ਦੁਆਰਾ। ਕਵੀ ਜੀ ਨੇ ਬਹੁਤ ਸੋਹਣਾ ਅਨੁਪਰਾਸ ਇੱਥੇ ਵਰਤਿਆ, ਘੱਗੇ ਅੱਖਰ ਨਾਲ ਹੀ ਇਹ ਸਾਰੀ ਪੰਕਤੀ ਲਿਖੀ ਹੈ। ਕਹਿੰਦੇ ਸੁਗਰਨ ਘਰ ਦੁਆਰਾ, ਕਿ ਸੁਗਰ ਸਿਆਣੇ ਜਿਹੜੇ ਕਾਰੀਗਰ ਸੀਗੇ, ਉਹਨਾਂ ਨੇ ਘਰ ਕੇ, ਭਾਵ ਲੱਕੜੀ ਦੀ ਕਢਾਈ ਕਰਕੇ ਤੇ ਘਰ ਹਰ ਬੂਹੇ ਦੇ ਉੱਤੇ, ਦੁਆਰੇ ਦੇ ਉੱਤੇ ਸੋਹਣੇ ਦਰਵਾਜ਼ੇ, ਤਖਤੇ ਲਾਏ ਹਨ। ਕਰੇ ਸੁਹਾਵਨ ਅਨੇਕ ਪ੍ਰਕਾਰਾ, ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਆਨੰਦਦਾਇਕ ਹੈ। ਇਸ ਕਰਕੇ ਸੋਹਣੇ ਮਕਾਨ, ਸੁੰਦਰ ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਬਣਵਾਏ ਹਨ। ਚਾਰ ਚੌਕ ਚੌਕੋਨ ਆਕਾਰ, ਬੜੇ ਸੋਹਣੇ 4 ਕੋਨਿਆਂ ਵਾਲੇ ਚਕੋਨੇ ਆਕਾਰ ਦੇ। ਰਚਿਓ ਫਰਸ਼ ਇਤ ਉਤ ਦਰਬਾਰ, ਫਰਸ਼ ਬਣਾਇਆ ਦਰਬਾਰ ਲਾਉਣ ਵਾਸਤੇ। ਜਿੱਥੇ ਗੁਰਦੁਆਰਾ ਬਣਿਆ, ਗੁਰੂ ਮਹਾਰਾਜ ਬੈਠਣਗੇ, ਦੀਵਾਨ ਲੱਗੇਗਾ, ਉਹਦੇ ਵਿੱਚ ਚਾਰੇ ਪਾਸਿਓਂ ਇੱਕੋ ਜਿਹਾ ਰੱਖ ਕੇ ਫਰਸ਼ ਬਣਾਇਆ, ਬਿਲਡਿੰਗ ਬਣਾਈ ਹੈ। ਅਤੇ ਉਹਦੇ ਵਿੱਚ ਕਾਰੀਗਰਾਂ ਨੇ ਕੋਈ ਕਸਰ ਨਹੀਂ ਛੱਡੀ। ਰੁੱਤ ਖੁਸ਼ਟਨ ਮਹਿ ਸਭ ਸੁਖਦਾਇਕ, ਐਸਾ ਸੋਹਣਾ ਮਹਿਲ ਬਣਿਆ, ਗੁਰੂ ਕਾ ਗੁਰਦੁਆਰਾ ਬਣਿਆ ਹੈ ਵੀ 6 ਰੁੱਤਾਂ ਦੇ ਵਿੱਚ ਸੁਖਦਾਈ ਹੋਵੇ। ਗਰਮੀ ਹੋਵੇ, ਸਰਦੀ ਹੋਵੇ, ਬਰਸਾਤ ਹੋਵੇ, ਬਸੰਤ ਰੁੱਤ ਹੋਵੇ, ਭਾਵੇਂ ਪਤਝੜ ਹੋਵੇ। 6 ਰੁੱਤਾਂ ਹੁੰਦੀਆਂ ਸਾਲ ਦੀਆਂ। ਇੱਧਰ ਅੰਗਰੇਜ਼ਾਂ ਦੇ, ਗੋਰਿਆਂ ਦੇ ਦੇਸ਼ ਵਿੱਚ 4 ਮੰਨਦੇ ਹੈ, ਸਪਰਿੰਗ ਅਤੇ ਫਾਲ, ਸਮਰ, ਵਿੰਟਰ। ਜਿਹੜੇ ਆਪਣੇ ਆ ਉਹ 6 ਮੰਨਦੇ ਆ ਇੰਡੀਆ ਵਾਲੇ। ਜਿਵੇਂ ਬਸੰਤ ਰੁੱਤ ਹੋ ਗਈ, ਫਿਰ ਗਰਮੀ ਆ ਗਈ, ਫਿਰ ਬਰਸਾਤ ਆ ਗਈ, ਫਿਰ ਸ਼ਿਸ਼ਰ ਆ ਗਈ, ਫਿਰ ਸ਼ਰਦ ਰੁੱਤ, ਫਿਰ ਹਿਮ ਰੁੱਤ, ਫਿਰ ਸ਼ਿਸ਼ਰ। ਇਸ ਤਰ੍ਹਾਂ 6 ਹੁੰਦੀਆਂ। ਤੋ 6 ਰੁੱਤਾਂ ਦੇ ਵਿੱਚ ਨਾ ਲੱਗੇ ਗਰਮੀ, ਨਾ ਲੱਗੇ ਸਰਦੀ। ਪੁਰਾਣੀਆਂ ਬਿਲਡਿੰਗਾਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ। ਸ੍ਰੀ ਹਰਿਮੰਦਰ ਸਾਹਿਬ ਜਿੰਨੀ ਮਰਜ਼ੀ ਗਰਮੀ ਹੋਵੇ, ਸਾਧ ਸੰਗਤ, ਜਿੰਨੀ ਮਰਜ਼ੀ ਗਰਮੀ, ਬਿਨਾਂ ਪੱਖੇ ਦੇ ਤੁਹਾਨੂੰ ਠੰਡ ਮਿਲਦੀ ਹੈ। ਹਰਿਮੰਦਰ ਸਾਹਿਬ ਦੇ ਗਰਮੀ ਨਹੀਂ ਲੱਗਦੀ। ਅਤੇ ਜਿੰਨੀ ਮਰਜ਼ੀ ਸਰਦੀ ਹੋਵੇ, ਬਿਨਾਂ ਹੀਟਰ ਦੇ ਤੁਹਾਨੂੰ ਉੱਥੇ ਨਿੱਘ ਮਿਲਦੀ ਹੈ। ਹਰਿਮੰਦਰ ਸਾਹਿਬ ਜਦੋਂ ਸਿਆਲ ਹੁੰਦਾ ਉਦੋਂ ਉਹ ਨਿੱਘਾ ਹੋ ਜਾਂਦਾ, ਜਦੋਂ ਗਰਮੀ ਹੁੰਦੀ ਉਦੋਂ ਠੰਡਾ। ਹਜ਼ੂਰ ਸਾਹਿਬ ਵੀ ਇੱਦਾਂ ਬਣਿਆ ਹੋਇਆ। ਤਰਨ ਤਾਰਨ ਦਾ ਗੁਰਦੁਆਰਾ ਸਾਹਿਬ ਵੀ ਇੱਦਾਂ ਬਣੇ। ਪਹਿਲੇ ਗੁਰਦੁਆਰੇ ਸਾਰੇ ਇੱਦਾਂ ਬਣੇ ਸੀ। ਹੁਣ ਜਿਹੜੇ ਢਾਹ ਕੇ ਬਣਾਏ ਨਾ, ਉਹਨਾਂ ਵਿੱਚ ਇਹ ਫੈਸਿਲਿਟੀ ਨਹੀਂ ਹੈ। ਹੁਣ ਤਾਂ ਸਾਨੂੰ AC ਲਾਉਣੇ ਪੈਂਦੇ ਆ ਗਰਮੀ 'ਚ, ਸਿਆਲ 'ਚ ਹੀਟ ਲਾਉਣੀ ਪੈਂਦੀ। ਉੱਥੇ ਨਹੀਂ ਸੀ। ਪਹਿਲੇ ਕਾਰੀਗਰ ਇੱਦਾਂ ਮਕਾਨ ਬਣਾਉਂਦੇ ਸੀ, ਵੱਡੀਆਂ ਕੰਧਾਂ ਬਣਾਉਂਦੇ ਸੀ ਵੀ ਗਰਮੀ ਦੇ ਵਿੱਚ ਉਹ ਨਿੱਘੀਆਂ ਰਹਿੰਦੀਆਂ, ਠੰਡੀਆਂ ਰਹਿੰਦੀਆਂ, ਸਿਆਲ ਵਿੱਚ ਉਹ ਨਿੱਘੀਆਂ ਰਹਿੰਦੀਆਂ। ਹਾਂਜੀ। ਸੁੰਦਰ ਬਨਿਓ ਦੇਖ ਵੇ ਲਾਇਕ, ਗੁਰੂ ਦਾ ਦਰਬਾਰ ਬੜਾ ਸੋਹਣਾ ਸੁੰਦਰ ਦੇਖਣ ਯੋਗ ਬਣਿਆ। ਦਰਸ਼ਨ ਕਰਕੇ ਮਨ ਖੁਸ਼ ਹੁੰਦਾ ਹੈ। ਇੱਕ ਧਰਮਸਾਲ ਵਿਦੇਸ਼ਨ ਹੇਤ, ਇੱਕ ਆਏ ਹੋਏ ਜਿਹੜੇ ਵਿਦੇਸ਼ੀ ਲੋਕ ਹਨ, ਦੂਰੋਂ ਆਉਂਦੇ ਗੁਰਦੁਆਰੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਲਈ, ਉਹਨਾਂ ਦੇ ਵਾਸਤੇ ਬੜੀ ਸੋਹਣੀ ਧਰਮਸ਼ਾਲਾ ਬਣੀ ਹੈ। ਇੱਕ ਰਹਿ ਬੇਹਿਤ ਬਨੇ ਨਕੇਤ, ਇੱਕ ਰਹਿਣ ਵਾਸਤੇ ਬੜੇ ਸੋਹਣੇ ਘਰ ਬਣੇ ਹਨ। ਏਕ ਪੀਰ ਕਿਤ ਗਮਨਤ ਜਾਈ, ਤੇ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਮੁਸਲਮਾਨ ਪੀਰ ਫਕੀਰ ਪਹੁੰਚਿਆ ਹੋਇਆ, ਅੱਲਾ ਦਾ ਪਿਆਰਾ ਕਹਿ ਲਓ, ਬੰਦਗੀ ਕਰਦਾ ਸੀ, ਪਰ ਅਜੇ ਉਹਦਾ ਸੰਸਾ ਨਹੀਂ ਸੀ ਮਿਟਿਆ। ਅਵਸਥਾ ਵੱਖਰੀ ਹੁੰਦੀ ਹੈ।
ਕਦੀ ਬੰਦੇ ਦੇ ਮਨ ਦੇ ਵਿੱਚ ਬਿਰਤੀ ਜਿਹੜੀ ਹੈ ਟਿਕ ਜਾਂਦੀ ਹੈ, ਕਦੀ ਨਹੀਂ ਟਿਕਦੀ। ਅਤੇ ਵੱਡੇ ਵੱਡੇ ਪੀਰਾਂ ਫਕੀਰਾਂ ਨੂੰ ਵੀ ਕਈ ਵਾਰੀ ਪਰਮੇਸ਼ਰ ਦੀ ਮਾਇਆ ਸੰਸਾ ਪਾ ਦਿੰਦੀ ਹੈ। ਐਸਾ ਇੱਕ ਸ਼ੰਕਾਲੂ ਪੀਰ ਸੀਗਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੇ ਲਾਗਿਓਂ ਲੰਘ ਰਿਹਾ ਸੀ। ਥਲ ਅਨੰਦਪੁਰ ਪਹੁੰਚਿਓ ਆਈ। ਉਹਨੇ ਕਿਤੇ ਅੱਗੇ ਹੋਰ ਕਿਸੇ ਟਿਕਾਣੇ 'ਤੇ ਜਾਣਾ ਸੀ, ਕਹਿੰਦੇ ਨੇ ਰੋਪੜ ਜਾਣਾ ਸੀ, ਜਾਂ ਰੋਪੜ ਵੱਲੋਂ ਉਹ ਤਾਂ ਕਿਤੇ ਪਹਾੜੀ ਇਲਾਕੇ ਨੂੰ ਜਾ ਰਿਹਾ ਸੀ। ਖੈਰ ਅਨੰਦਪੁਰ ਸਾਹਿਬ ਦੇ ਕੋਲੋਂ ਲੰਘਿਆ। ਜਦੋਂ ਅਨੰਦਪੁਰ ਸਾਹਿਬ ਦੇ ਕੋਲੋਂ ਲੰਘਿਆ, ਚਿੰਤੀ ਲਗੀ ਦੇਖ ਕਰ ਸੋਏ। ਇੱਥੇ ਪਿੰਡ ਵਸ ਰਿਹਾ, ਸ਼ਹਿਰ ਵਸ ਰਿਹਾ ਹੈ। ਮਿਸਤਰੀ ਕਾਰੀਗਰ ਚਿਣਾਈ ਕਰ ਰਹੇ ਨੇ, ਕੰਧਾਂ ਬਣ ਰਹੀਆਂ। ਚਿਣਤੀ ਦਾ ਮਤਲਬ ਹੁੰਦਾ ਵੀ ਦੀਵਾਰਾਂ ਬਣਾਈਆਂ, ਕੰਧਾਂ ਇੱਟਾਂ ਜੋੜ ਜੋੜ ਕੇ। ਕਾਰੀਗਰ ਜਦੋਂ ਕੰਧਾਂ ਖੜੀਆਂ ਕਰਦੇ ਨੇ ਉਹਨੂੰ ਚਿਣਤੀ ਜਾਂ ਚਿਣਾਈ ਕਹਿੰਦੇ ਆ ਪੰਜਾਬੀ 'ਚ ਆਪਾਂ। ਕਹਿੰਦੇ ਜਦੋਂ ਉਹਨੇ ਮਕਾਨ ਦੀ ਚਿਣਾਈ ਵੇਖੀ ਪੀਰ ਨੇ, ਰਚਨਾ ਰਚਿਰ ਬਾਜ਼ਾਰਨ ਜੋਏ। ਉਹਨੇ ਵੇਖਿਆ ਬੜੇ ਸੋਹਣੇ ਬਾਜ਼ਾਰ ਬਣਾਏ ਜਾ ਰਹੇ ਨੇ, ਬੜੀਆਂ ਬਿਲਡਿੰਗਾਂ ਬਣ ਰਹੀਆਂ ਨੇ। ਕਿਨਹੋ ਕੀਨ ਇਹ ਪੁੱਛਤ ਭਇਓ। ਉਹਨੇ ਕਾਰੀਗਰਾਂ ਨੂੰ ਪੁੱਛਿਆ ਬਈ ਇਹ ਜਿਹੜੀ ਨਗਰੀ ਵਸ ਰਹੀ ਹੈ ਔਰ ਇਹ ਬਿਲਡਿੰਗਾਂ ਬਣ ਰਹੀਆਂ ਨੇ, ਇਹ ਮਕਾਨ ਬਣ ਰਹੇ ਨੇ, ਇਹ ਕੌਣ ਬਣਾ ਰਿਹਾ ਹੈ? ਸੁਣਤ ਸ਼ਿਲਪੀਨ ਉਤਰ ਦਿਓ। ਜਿਹੜੇ ਉਹ ਸ਼ਿਲਪੀਅਨ ਸੀਗੇ, ਸ਼ਿਲਪੀ ਯਾਨੀ ਮਿਸਤਰੀ, ਉਹਨਾਂ ਨੇ ਅੱਗੋਂ ਜਵਾਬ ਦਿੱਤਾ। ਸ੍ਰੀ ਗੁਰੂ ਹਰਗੋਬਿੰਦ ਕੁਲ ਚੰਦ। ਉਹ ਕਹਿੰਦੇ ਜੀ ਇਹ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜਿਹੜੇ ਮਹਾਂਬਲੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਹਨ, ਤਿਨ ਕੇ ਤੇਗ ਬਹਾਦਰ ਨੰਦ। ਉਹਨਾਂ ਦੇ ਪੁੱਤਰ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਬੈਠ ਹੈ ਬਿਦਤ ਅਬ ਹੈ ਗੁਰ ਗਾਦੀ। ਇਹ ਹੁਣ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਨੇ। 9ਵੇਂ ਪਾਤਸ਼ਾਹ, ਉਹਨਾਂ ਦੀ ਇਹ ਨਗਰੀ ਬਣ ਰਹੀ ਹੈ, ਉਹਨਾਂ ਦਾ ਇਹ ਪਿੰਡ ਵਸ ਰਿਹਾ ਹੈ। ਭਰੇ ਵਿਰਾਗ ਗਿਆਨ ਅਹਲਾਦੀ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਰਾਗ ਤੇ ਗਿਆਨ ਦੀ ਮੂਰਤੀ ਹਨ, ਜਿਨ੍ਹਾਂ ਦੇ ਅੰਦਰ ਹਰ ਵੇਲੇ ਵੈਰਾਗ ਹੈ, ਸੰਸਾਰ ਤੋਂ ਉਹਨਾਂ ਦਾ ਮਨ ਉਪਰਾਮ ਹੈ। ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜਿਹੜੇ ਗਿਆਨ ਦਾ ਹੀ ਸਰੂਪ ਹਨ, ਉਹ ਇਹ ਨਗਰ ਵਸਾ ਰਹੇ ਹਨ। ਤਿਨਹੁ ਕਰਾਏ ਇਹ ਬਰ ਮੰਦਰ। ਉਹ ਕਾਰੀਗਰ ਨੇ ਉਸ ਪੀਰ ਨੂੰ ਦੱਸਿਆ ਹੈ ਕਿ ਪੀਰ ਜੀ ਇਹ ਸ਼ਹਿਰ, ਇਹ ਨਗਰ, ਇਹ ਘਰ, ਇਹ ਬਿਲਡਿੰਗਾਂ ਗੁਰੂ ਸਾਹਿਬ ਜੀ ਬਣਵਾ ਰਹੇ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਾਂਛਤ ਪੁਰਬ ਸਾਹਿਬੋ ਸੁੰਦਰ। ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਹਨ, ਉਹ ਇੱਥੇ ਨਗਰ ਬੜਾ ਸੋਹਣਾ ਵਸਾਣਗੇ। ਸੁਨਤ ਪੀਰ ਨੇ ਤਰਕ ਵਿਚਾਰੀ। ਇਹ ਸੁਣ ਕੇ ਜਿਹੜਾ ਪੀਰ ਸੀ ਨਾ, ਉਹਦੇ ਮਨ ਵਿੱਚ ਸ਼ੰਕਾ ਆ ਗਿਆ ਤੇ ਉਸਨੇ ਤਰਕ ਕੀਤੀ ਹੈ। ਕਰਨ ਕਹਿਨ ਗੁਰ ਬਿਖਮ ਨਿਹਾਰੀ। ਕਹਿਣ ਲੱਗਾ ਕਿ ਗੁਰੂ ਦੇ ਕਹਿਣ ਵਿੱਚ ਤੇ ਗੁਰੂ ਦੇ ਕਰਨ ਵਿੱਚ ਬੜਾ ਫਰਕ ਹੈ। ਗੁਰੂ ਦੀ ਕਥਨੀ ਹੋਰ ਹੈ ਤੇ ਗੁਰੂ ਦੀ ਕਰਨੀ ਹੋਰ ਹੈ। ਕਹਿੰਦੇ ਤੇ ਬੈਰਾਗੀ, ਤੇ ਜਿਹੜਾ ਬੈਰਾਗੀ ਹੁੰਦਾ ਉਹ ਮਕਾਨ ਥੋੜ੍ਹਾ ਬਣਾਉਂਦਾ। ਜਿਹੜਾ ਬੈਰਾਗੀ ਹੁੰਦਾ ਉਹ ਮਾਇਆ ਦੇ ਧੰਦਿਆਂ 'ਚ ਥੋੜ੍ਹਾ ਫਸਦਾ। ਗੁਰੂ ਨਾਲੇ ਕਹਿੰਦੇ ਬੈਰਾਗੀ ਹੈ, ਗਿਆਨੀ ਹੈ। ਜੇ ਗੁਰੂ ਗਿਆਨੀ ਹੈ, ਜੇ ਗੁਰੂ ਤੇਗ ਬਹਾਦਰ ਜੀ ਬੈਰਾਗੀ ਹੈ, ਤੇ ਫਿਰ ਆ ਝੰਜਟ ਕਿਉਂ ਕਰ ਰਹੇ ਨੇ ਐਡੇ ਮਕਾਨ ਬਣਾਉਣ ਦੇ? ਬੈਰਾਗੀ ਮਹਾਂਪੁਰਸ਼ ਤੇ ਦਰਖਤਾਂ ਥੱਲੇ ਰਾਤ ਕੱਟ ਲੈਂਦੇ ਨੇ, ਉਹ ਤਾਂ ਪੱਥਰਾਂ 'ਤੇ ਸੌਂ ਲੈਂਦੇ ਨੇ, ਉਹ ਤਾਂ ਨੰਗੇ ਵੀ ਰਹਿ ਲੈਂਦੇ ਨੇ, ਉਹ ਤਾਂ ਫਲ ਪੱਤੇ ਖਾ ਕੇ ਆਪਣਾ ਢਿੱਡ ਭਰ ਲੈਂਦੇ ਨੇ। ਉਹਨਾਂ ਨੂੰ ਐਡੀਆਂ ਬਿਲਡਿੰਗਾਂ ਬਣਾਉਣ ਦੀ ਕੀ ਲੋੜ ਹੈ? ਨਾਲੇ ਗੁਰੂ ਤੇਗ ਬਹਾਦਰ ਨੂੰ ਕਹਿੰਦੇ ਬੈਰਾਗੀ ਹੈ, ਤੇ ਨਾਲੇ ਕਹਿੰਦੇ ਵੀ ਸ਼ਹਿਰ ਵਸਾਰੇ। ਦੋਵੇਂ ਗੱਲਾਂ ਵਿੱਚ ਮੈਨੂੰ ਫਰਕ ਜਾਪਦਾ ਹੈ। ਜੇ ਬੈਰਾਗ ਹੋਤ ਉਰ ਮਾਹੀ। ਜੇ ਤੁਹਾਡੇ ਗੁਰੂ ਦੇ ਮਨ 'ਚ ਬੈਰਾਗ ਹੁੰਦਾ, ਇਤੋ ਆਰੰਭ ਕਰਤ ਕਿਮ ਨਾਹੀ। ਫਿਰ ਐਡਾ ਝਮੇਲਾ ਕਾਹਨੂੰ ਕਰਨਾ ਸੀ? ਐਡੀ ਵੱਡੀ ਸ਼ੁਰੂਆਤ ਕਰਤੀ ਪਿੰਡ ਵਸਾਉਣ ਦੀ, ਲੋਕਾਂ ਕੋਲੋਂ ਘਰ ਨਹੀਂ ਬਣਦਾ, ਇਹ ਪੂਰਾ ਪਿੰਡ ਹੀ ਵਸਾਉਣ ਲੱਗੇ ਨੇ ਜਾਂ ਸ਼ਹਿਰ ਵਸਾਉਣ ਲੱਗੇ ਨੇ। ਇਹ ਗੁਰੂਆਂ ਨੂੰ ਕੀ ਲੋੜ ਹੈ ਐਡੇ ਵੱਡੇ ਸ਼ਹਿਰ ਵਸਾਉਣ ਦੀ? ਇੱਕ ਸਰੀਰ ਨਿਰਬਾਹ ਵਿਚਾਰੈ। ਗੁਰੂ ਦੇ ਜਿਹੜੇ ਹੁੰਦੇ ਨੇ
ਉਹ ਤੇ ਆਪਣੇ ਸਰੀਰ ਦਾ ਗੁਜ਼ਾਰਾ ਚਲਾਉਂਦੇ ਨੇ। ਜਿਹੋ ਜਿਹਾ ਸਿੱਧਾ ਸਾਦਾ ਪਾਟਾ ਪੁਰਾਣਾ ਕੱਪੜਾ ਮਿਲ ਜੇ, ਕੋਈ ਦਰਖਤ ਦੀ ਛਾਲ ਮਿਲ ਜੇ, ਕਿਸੇ ਮਰੇ ਹੋਏ ਜਾਨਵਰ ਦਾ ਚਮੜਾ ਮਿਲ ਜੇ, ਉਹ ਆਪਣੇ ਸਰੀਰ 'ਤੇ ਪਾ ਲਓ। ਰੁੱਖਾ ਮਿੱਸਾ ਜਿਹੋ ਜਿਹਾ ਭੋਜਨ ਮਿਲ ਜੇ, ਉਹ ਖਾ ਕੇ ਢਿੱਡ ਭਰ ਲਓ। ਕੱਖਾਂ ਦੀ ਕੁੱਲੀ ਬਣਾ ਕੇ ਉਹਦੇ ਥੱਲੇ ਆਪਣਾ ਸਿਰ ਲੁਕਾ ਲਓ। ਉਹ ਤਾਂ ਇਹ ਦੁਨੀਆ ਨੂੰ ਝੂਠਾ ਸਮਝਦੇ ਨੇ। ਉਹ ਤਾਂ ਮਕਾਨਾਂ ਦੇ, ਬਿਲਡਿੰਗਾਂ ਦੇ, ਕੋਠੀਆਂ ਦੇ, ਬੰਗਲਿਆਂ ਦੇ ਚੱਕਰ 'ਚ ਪੈਂਦੇ ਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੇ ਸਾਧੂ ਹਨ, ਬੈਰਾਗੀ ਹਨ, ਤਾਂ ਐਡਾ ਵੱਡਾ ਸ਼ਹਿਰ ਵਸਾਉਣ ਦੀ ਕੀ ਲੋੜ ਹੈ? ਜਿਸ ਕਿਸ ਬਿਦ ਕਰ ਕਾਲ ਗੁਜ਼ਾਰੈ। ਉਹ ਤਾਂ ਜਿਵੇਂ ਕਿਵੇਂ ਆਪਣਾ ਸਮਾਂ ਗੁਜ਼ਾਰਦੇ ਹਨ ਜਿਹੜੇ ਸਾਧੂ ਮਹਾਂਪੁਰਸ਼ ਹੁੰਦੇ ਹਨ। ਪੁੰਨ ਹਿੰਦਵਨ ਕੋ ਗੁਰੂ ਕਹਾਵੈ। ਨਾਲੇ ਗੁਰੂ ਤੇਗ ਬਹਾਦਰ ਹਿੰਦੂਆਂ ਦੇ ਗੁਰੂ ਕਹਾਉਂਦੇ ਹਨ। ਕਿਮ ਨਿਜ ਸਿੱਖਨ ਕੋ ਸੁਤਰਾਵੈ। ਜਿਹੜੇ ਆਪ ਮੋਹ ਮਾਇਆ 'ਚ ਫਸੇ ਹੋਏ ਨੇ ਤੁਹਾਡੇ ਗੁਰੂ, ਉਹ ਗੁਰੂ ਤੇਗ ਬਹਾਦਰ ਤੁਹਾਡਾ ਕਿਵੇਂ ਬੇੜਾ ਬੰਨੇ ਲਾਉਣਗੇ? ਸਿੱਖਾਂ ਦਾ ਕਿਵੇਂ ਕਲਿਆਣ ਕਰਨਗੇ ਜਦੋਂ ਉਹਨਾਂ ਦੇ ਮਨ ਵਿੱਚੋਂ ਆਪ ਹੀ ਮਾਇਆ ਨਹੀਂ ਨਿਕਲੀ? ਦੁਨੀਆ ਦੇ ਕੰਮਕਾਰ, ਦੁਨੀਆ ਦੀਆਂ ਬਿਲਡਿੰਗਾਂ, ਸ਼ਹਿਰ ਵਸਾਣੇ, ਦੁਕਾਨਦਾਰੀਆਂ ਕਰਨੀਆਂ, ਇਹ ਮੈਨੂੰ ਲੱਗਦਾ ਹੈ ਵੀ ਗੁਰੂ ਅਸਲ ਗੁਰੂ ਨਹੀਂ ਜਿਹੜਾ ਬੈਰਾਗੀ ਹੁੰਦਾ ਹੈ। ਇਹ ਬੈਰਾਗੀ ਹੋਵੇ ਤਾਂ ਇੱਦਾਂ ਨਾ ਕਰੇ। ਜੇ ਇੱਦਾਂ ਕਰ ਰਿਹਾ ਤਾਂ ਫਿਰ ਬੈਰਾਗੀ ਨਹੀਂ ਹੈ। ਇਮ ਮਨ ਠਾਨ ਬਖਾਨਿਓ ਤੀਰ। ਇਸ ਤਰ੍ਹਾਂ ਉਸ ਪੀਰ ਨੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ੰਕਾ ਕਰ ਦਿੱਤਾ। ਸ਼ਿਲਪੀ ਸੁਨਹੁ ਹੋ ਤੁਮ ਤੀਰ। ਤੇ ਉਹ ਕਾਰੀਗਰ ਨੂੰ, ਮਿਸਤਰੀ ਨੂੰ ਕਹਿਣ ਲੱਗਾ, ਹੇ ਮਿਸਤਰੀ, ਮੇਰੇ ਕੋਲ ਹੋ ਕੇ ਗੱਲ ਸੁਣੀ ਜਰਾ ਮੇਰੀ। ਗੁਰੂ ਸਮੀਪ ਜਾਏ ਬੋ ਜਬੈ। ਜਦੋਂ ਤੂੰ ਗੁਰੂ ਦੇ ਕੋਲ ਜਾਵੇਂਗਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੇਗਾ ਸ਼ਾਮ ਨੂੰ ਜਾ ਕੇ ਆਪਣੀ ਦਿਹਾੜੀ ਲੈਣ ਵਾਸਤੇ, ਇਹ ਸੰਦੇਸ਼ਾ ਪਾਖੋ ਤਬੈ। ਤੇ ਮੇਰਾ ਗੁਰੂ ਨੂੰ ਇਹ ਸੰਦੇਸ਼ਾ ਦੇ ਦੇਵੀਂ ਜਿਹੜੀ ਗੱਲ ਮੈਂ ਕਹੀ ਹੈ। ਇਸੇ ਤਰ੍ਹਾਂ ਆਖੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਸੀਂ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਬੈਰਾਗੀ ਹੋ, ਸੰਸਾਰ ਵੱਲੋਂ ਕਹਿੰਦੇ ਮੈਨੂੰ ਸੰਸਾਰ ਦਾ ਮੋਹ ਨਹੀਂ, ਮਾਇਆ ਦਾ ਮੋਹ ਨਹੀਂ। ਫਿਰ ਗੁਰੂ ਜੀ ਇਹ ਤੁਸੀਂ ਐਡੀਆਂ ਵੱਡੀਆਂ ਬਿਲਡਿੰਗਾਂ ਕਿਉਂ ਬਣਾ ਰਹੇ ਹੋ? ਅਨੰਦਪੁਰ ਸਾਹਿਬ ਕਿਉਂ ਵਸਾ ਰਹੇ ਹੋ? ਇਮ ਪਰ ਵਿਰਤ ਮਹਿ ਦਾ ਤੁਮਾਰੋ। ਇਹ ਤੇ ਫਿਰ ਤੁਹਾਡਾ ਮਨ ਜਿਹੜਾ ਹੈ ਮਾਇਆ ਵਿੱਚ, ਮਾਇਆ ਦੀ ਪ੍ਰਵਿਰਤੀ 'ਚ ਫਸਿਆ ਹੋਇਆ ਹੈ। ਗਨ ਸੇਵਕ ਕਿਮ ਪਾਰ ਉਤਾਰੋ। ਆਪਣੇ ਬਹੁਤ ਸਾਰੇ ਲੱਖਾਂ ਸਿੱਖਾਂ ਦਾ ਬੇੜਾ ਕਿਵੇਂ ਪਾਰ ਲੰਘਾਓਗੇ? ਕਿਉਂਕਿ ਜਿਹੜਾ ਗੁਰੂ ਆਪ ਹੀ ਮਾਇਆ ਵਿੱਚ ਫਸਿਆ ਹੈ, ਉਹ ਆਪਣੇ ਸਿੱਖਾਂ ਦਾ ਬੇੜਾ ਕਿਵੇਂ ਪਾਰ ਲਾ ਸਕਦਾ? ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਦੇ ਪੂਰਾ ਹੀ ਚਾਹੀਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜੇ ਤੁਸੀਂ ਸਾਧੂ ਹੋ, ਬੇਰਕਤ ਹੋ, ਉਪਰਾਮ ਹੋ ਦੁਨੀਆ ਤੋਂ, ਬੈਰਾਗੀ ਹੋ, ਤੇ ਫਿਰ ਆਹ ਬਿਲਡਿੰਗਾਂ, ਐਡੇ ਮਕਾਨ, ਐਡੀਆਂ ਵੱਡੀਆਂ ਵੱਡੀਆਂ ਅਟਾਰੀਆਂ ਕਿਉਂ ਛੱਤ ਰਹੇ ਹੋ? ਏਵ ਪ੍ਰਸ਼ਨ ਕਰ ਉੱਤਰ ਲੀਜੋ। ਹੇ ਮਿਸਤਰੀ, ਤੂੰ ਆਪਣੇ ਗੁਰੂ ਨੂੰ ਮੇਰਾ ਇਹ ਸਵਾਲ ਪੁੱਛੀ ਸ਼ਾਮ ਨੂੰ। ਜੇ ਗੁਰੂ ਤੇਗ ਬਹਾਦਰ ਸਾਹਿਬ ਇਹਦਾ ਜਵਾਬ ਦੇਣ, ਉਹ ਮੈਨੂੰ ਆ ਕੇ ਦੱਸ ਦਵੀਂ। ਹਟ ਆਵੋ ਮੈਂ ਤਬ ਤੁਮ ਦੀਜੋ। ਜਦੋਂ ਮੈਂ ਹਟ ਕੇ ਆਵਾਂਗਾ, ਉਦੋਂ ਤੂੰ ਇਹ ਮੇਰੇ ਸਵਾਲ ਦਾ ਜਵਾਬ ਤਿਆਰ ਰੱਖੀ, ਮੈਂ ਤੇਰੇ ਤੋਂ ਸੁਣ ਕੇ ਜਾਵਾਂਗਾ। ਇਮ ਕਹਿ ਚਲਿਓ ਗਿਓ ਜਿਤ ਜਾਨਾ। ਇਹ ਕਹਿ ਕੇ ਉਹ ਮੁਸਲਮਾਨ ਪੀਰ ਜੀ ਉੱਥੋਂ ਚਲੇ ਗਏ। ਉਹਨਾਂ ਪੀਰ ਜੀ ਨੇ ਸ਼ੰਕਾ ਕੀਤਾ ਵੀ ਗੁਰੂ ਜੀ ਜੇ ਗੁਰੂ ਹਨ, ਫਕੀਰ ਹਨ, ਤਿਆਗੀ ਬੈਰਾਗੀ ਹਨ, ਤੇ ਉਹਨਾਂ ਨੂੰ ਨਗਰ ਬਣਾਉਣ ਦੀ ਕੀ ਲੋੜ ਹੈ? ਐਡੇ ਐਡੇ ਮਕਾਨ ਖੜੇ ਕਰਨ ਦੀ ਕੀ ਲੋੜ ਹੈ? ਇਹ ਸ਼ੰਕਾ ਕਰਕੇ ਉਹ ਪੀਰ ਜੀ ਜਿਹੜੇ ਹਨ ਸਾਧ ਸੰਗਤ ਜੀ, ਉੱਥੋਂ ਚਲੇ ਗਏ। ਸ਼ਿਲਪੀ ਕਰੀ ਕਾਰ ਤਿਸ ਥਾਨਾ। ਤੇ ਸ਼ਿਲਪੀ ਨੇ, ਮਿਸਤਰੀ ਨੇ, ਜਿਹੜਾ ਕਾਰੀਗਰ ਲੱਗਾ ਸੀ ਚਿਣਾਈ ਤੇ, ਉਹਨੇ ਆਪਣਾ ਸਾਰਾ ਕੰਮ ਜਿਹੜਾ ਦਿਹਾੜੀ ਦਾ ਨਿਬੇੜਿਆ। ਗੁਰ ਟਿਕ ਸੰਧਿਆ ਕੋ ਉੱਠ ਗਇਓ। ਉਹ ਕਾਰੀਗਰ ਸ਼ਾਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਰੋਜ਼ ਜਾਂਦਾ ਸੀ ਆਪਣੀ ਦਿਹਾੜੀ ਲੈਣ ਵਾਸਤੇ। ਉਹ ਮਹਾਰਾਜ ਨੂੰ ਮੱਥਾ ਟੇਕਣ ਗਿਆ ਹੈ। ਹਿਰਦੇ ਸੰਦੇਸ਼ਾ ਸਿਮਰਤ ਭਇਓ। ਜਾ ਕੇ ਜਦੋਂ ਗੁਰਦੇਵ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਵਿੱਚ, ਤੇ ਉਸ ਵੇਲੇ ਉਸ ਪੀਰ ਨੂੰ, ਉਸ ਪੀਰ ਦੀ ਗੱਲ ਉਸ ਮਿਸਤਰੀ ਨੂੰ ਯਾਦ ਆਈ।
ਵੀ ਮੈਂ ਗੁਰੂ ਸਾਹਿਬ ਨੂੰ ਸੁਨੇਹਾ ਦੇਣਾ ਉਸ ਪੀਰ ਦਾ। ਦਰਸਿਓ ਦਰਸ ਬੰਦਨਾ ਠਾਨੀ, ਮਹਾਰਾਜ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਸਮੁਖ ਖਰੋ ਹੋਏ ਗਿਰਾ ਤੇ ਬਖਾਨੀ। ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਉਸ ਪੀਰ ਦਾ ਸੁਨੇਹਾ ਦਿੱਤਾ। ਏਕ ਪੀਰ ਤਹਿ ਮਾਰਗ ਜਾਤ, ਇਹ ਸਤਿਗੁਰੂ ਮਹਾਰਾਜ ਜੀਓ, ਅੱਜ ਦੀ ਗੱਲ ਹੈ, ਮੈਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੁਹਾਡੀ ਨਗਰੀ ਦੇ ਵਿੱਚ ਕੰਧਾਂ ਦੀ ਉਸਾਰੀ ਕਰ ਰਿਹਾ ਸੀ, ਦੀਵਾਰ ਬਣਾ ਰਿਹਾ ਸੀ ਕਿ ਗਲੀ ਦੇ ਵਿੱਚੋਂ ਜਾਂ ਰਸਤੇ 'ਚੋਂ ਇੱਕ ਪੀਰ ਲੰਘਦਾ ਜਾ ਰਿਹਾ ਸੀ। ਹਮ ਸੋ ਪੂਛ ਕਹੀ ਤਿਨ ਬਾਤ, ਉਹਨੇ ਸਾਨੂੰ ਪੁੱਛਿਆ ਵੀ ਇਹ ਕੀ ਬਣ ਰਿਹਾ। ਅਸੀਂ ਆਖਿਆ ਵੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨਗਰ ਵਸਾ ਰਹੇ ਨੇ। ਅੱਗੋਂ ਪੀਰ ਨੇ ਇਹ ਗੱਲ ਆਖੀ ਹੈ ਇਮ ਪ੍ਰਬ੍ਰਤ ਮਹਿ ਜਬ ਗੁਰ ਹੋਵਾ, ਕਿ ਜੇ ਤੁਹਾਡਾ ਗੁਰੂ ਇਸ ਤਰ੍ਹਾਂ ਪ੍ਰਵਿਰਤੀ 'ਚ ਫਸਿਆ ਹੋਇਆ, ਮਾਇਆ ਵਿੱਚ ਫਸਿਆ ਹੋਇਆ, ਇਹ ਬਿਲਡਿੰਗਾਂ ਬਣਾ ਰਿਹਾ ਹੈ, ਵੱਡੇ ਵੱਡੇ ਮਕਾਨ ਖੜੇ ਕਰ ਰਿਹਾ ਹੈ, ਕਿਮ ਤਰਬੋ ਸਿਖਿਅਨ ਕੋ ਜੋਵਾ, ਉਹ ਆਪਣੇ ਸਿੱਖਾਂ ਦਾ ਕਿਵੇਂ ਉਧਾਰ ਕਰੇਗਾ। ਮੈਨੂੰ ਇਸ ਗੱਲ ਵਿੱਚ ਸ਼ੰਕਾ ਹੈ, ਕਿਉਂਕਿ ਗੁਰੂ ਤਾਂ ਫਿਰ ਮਾਇਆ ਤੋਂ ਨਿਰਲੇਪ ਚਾਹੀਦਾ ਹੈ, ਜਿਹਨੂੰ ਨਾ ਮਾਇਆ ਦਾ ਮੋਹ ਹੋਵੇ, ਨਾ ਲੈਣ ਹੋਵੇ, ਨਾ ਦੇਣ ਹੋਵੇ, ਬਸ ਆਪਣੇ ਇੱਕ ਲੰਗੋਟੀ ਲਾਈ ਤੇ ਭਗਤੀ ਕਰਦਾ ਹੋਵੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਸੇ ਗੁਰੂ ਹਨ ਵੀ ਇੱਕ ਪਾਸੇ ਕਹਿੰਦੇ ਅਸੀਂ ਬੈਰਾਗੀ ਹਾਂ, ਮਾਇਆ ਦਾ ਤਿਆਗ ਕੀਤਾ ਹੋਇਆ ਹੈ, ਦੂਜੇ ਪਾਸੇ ਏਡੇ ਏਡੇ ਮਕਾਨ, ਐਡੀਆਂ ਐਡੀਆਂ ਕੋਠੀਆਂ, ਬੰਗਲੇ ਕਿਉਂ ਬਣਾ ਰਹੇ ਹਨ। ਇਸ ਕੋ ਉੱਤਰ ਗੁਰ ਤੇ ਲੀਜੋ, ਇਸ ਗੱਲ ਦਾ ਉੱਤਰ ਆਪਣੇ ਗੁਰੂ ਕੋਲੋਂ ਲੈ ਕੇ ਆਵੀਂ। ਉਹ ਪੀਰ ਮੈਨੂੰ ਕਹਿ ਕੇ ਚਲਾ ਗਿਆ ਹੈ, ਹਠ ਹਮ ਆਵਹਿ ਤਬ ਤੁਮ ਦੀਜੋ, ਜਦੋਂ ਅਸੀਂ ਹਟ ਕੇ ਆਵਾਂਗੇ, ਮੈਂ ਪੀਰ ਕਹਿੰਦਾ ਵੀ ਮੈਂ ਹਟ ਕੇ ਆਵਾਂਗਾ, ਉਦੋਂ ਮੈਨੂੰ ਸਵਾਲ ਦਾ ਜਵਾਬ ਜੋ ਵੀ ਗੁਰੂ ਜੀ ਕਹਿਣਗੇ ਮੈਨੂੰ ਦੱਸ ਦਵੀਂ। ਜਿਉ ਰਾਵਰ ਕੀ ਹੋਏ ਰਜਾਏ, ਇਹ ਸਤਿਗੁਰੂ ਜੀ, ਮੈਂ ਉਸ ਪੀਰ ਦਾ ਸਵਾਲ ਤੁਹਾਡੇ ਚਰਨਾਂ 'ਚ ਰੱਖ ਦਿੱਤਾ ਹੈ। ਸਵਾਲ ਇਹ ਹੈ ਵੀ ਉਹਨੇ ਕਿਹਾ, ਮੁਸਲਮਾਨ ਪੀਰ ਨੇ, ਵੀ ਜੇ ਗੁਰੂ ਤੇਗ ਬਹਾਦਰ ਜੀ ਬੈਰਾਗ ਮੂਰਤੀ ਹਨ, ਫਿਰ ਮਕਾਨਾਂ ਦੀ ਕੀ ਲੋੜ ਹੈ, ਇੰਨਾ ਮਾਇਆ ਦਾ ਪਸਾਰਾ ਪ੍ਰਪੰਚ ਝਮੇਲਾ ਕਰਨ ਦੀ ਕੀ ਲੋੜ ਹੈ। ਤੇ ਮਹਾਰਾਜ ਹੁਣ ਉਹਨੂੰ ਮੈਂ ਕੀ ਜਵਾਬ ਦਿਆਂ। ਉਹਨੇ ਕੱਲ੍ਹ ਪਰਸੋਂ ਆ ਜਾਣਾ, ਜਦੋਂ ਉਹ ਆਏਗਾ ਤੇ ਮੈਨੂੰ ਉਹਦੇ ਸਵਾਲ ਦਾ ਜਵਾਬ ਦੇਣਾ ਪਵੇਗਾ। ਤਿਉ ਆਵਤ ਕੋ ਕਹਿ ਬਨਾਏ, ਜਿਵੇਂ ਆਪ ਜੀ ਜਵਾਬ ਦਿਓਗੇ ਮੈਂ ਉਦਾਂ ਹੀ ਉਹਨੂੰ ਕਹਿ ਦਿਆਂਗਾ। ਸੁਣ ਤਿਨ ਤੇ ਸ੍ਰੀ ਗੁਰ ਮੁਸਕਾਨੇ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਮਿਸਤਰੀ ਦੀ ਗੱਲ ਸੁਣ ਕੇ ਮੁਸਕਰਾ ਪਏ। ਕਹਿਓ ਤਬਹਿ ਇਮ ਕਰੋ ਬਖਾਨੇ, ਸਤਿਗੁਰੂ ਕਹਿਣ ਲੱਗੇ, ਮਿਸਤਰੀ ਜੀ, ਜੇ ਉਹ ਪੀਰ ਜੀ ਕੱਲ੍ਹ ਜਾਂ ਪਰਸੋਂ ਆਉਣਗੇ ਤੇ ਇਸ ਤਰ੍ਹਾਂ ਉਹਨਾਂ ਨੂੰ ਸਾਡਾ ਬਚਨ ਆਖਿਆ ਜੇ, ਹਮਰੇ ਸਾਥ ਚਲੋ ਗੁਰ ਪਾਸ, ਉਹਨੂੰ ਸਾਡੇ ਕੋਲ ਹੀ ਲੈ ਆ ਜੇ। ਉਹਨੂੰ ਆਖੀ ਵੀ ਗੁਰੂ ਸਾਹਿਬ ਕਹਿੰਦੇ ਸੀ ਸਾਡੇ ਕੋਲ ਹੀ ਆ ਜਾ, ਅਸੀਂ ਆਪੇ ਜਵਾਬ ਦੇਾਂਗੇ। ਜਿਮ ਪੁੱਛੋ ਤਿਮ ਕਰੋ ਪ੍ਰਕਾਸ਼, ਜਿਵੇਂ ਪੀਰ ਜੀ ਪੁੱਛਣਗੇ ਉਵੇਂ ਹੀ ਜਵਾਬ ਦੇਾਂਗੇ। ਰੁਕਾਓ ਵੀ ਆ ਕੇ ਸਾਡੇ ਨਾਲ ਇੱਕ ਵਾਰੀ ਗੱਲ ਤਾਂ ਕਰੇ। ਉੱਤਰ ਚਹਤ ਰੂਬਰੋ ਦੀਏ, ਜੇ ਉਹ ਸਾਹਮਣੇ ਸਵਾਲ ਜਵਾਬ ਕਰਨੇ ਚਾਹੁੰਦਾ ਹੈ, ਅਸੀਂ ਉਹਦੇ ਸਵਾਲ ਦਾ ਜੋ ਸਾਹਮਣੇ ਹੀ ਜਵਾਬ ਦੇਾਂਗੇ। ਇਮ ਕਹਿ ਆਵੋ ਤਿਹ ਸੰਗ ਲੀਏ, ਇਸ ਤਰ੍ਹਾਂ ਉਹਨੂੰ ਕਹਿ ਕੇ ਆਪਣੇ ਨਾਲ ਲੈ ਆਵੀਂ। ਸੁਣ ਸ਼ਿਲਪੀ ਸੋ ਰਹਿਣ ਗੁਜ਼ਾਰੀ, ਉਸ ਮਿਸਤਰੀ ਨੇ ਗੁਰੂ ਸਾਹਿਬ ਦਾ ਬਚਨ ਮੰਨ ਲਿਆ। ਰਾਤ ਗੁਜ਼ਰ ਗਈ, ਭਈ ਪ੍ਰਾਤ ਲਗ ਕਰਨ ਉਸਾਰੀ, ਅਗਲੇ ਦਿਨ ਮਿਸਤਰੀ ਸਵੇਰੇ ਹੀ 8-9 ਵਜੇ ਮਜ਼ਦੂਰਾਂ ਨੂੰ ਲੈ ਕੇ ਫੇਰ ਕੰਧਾਂ ਬਣਾਉਣ ਲੱਗ ਪਏ। ਕਰਹਿ ਪ੍ਰਤੀਖਣ ਦੇਖਣ ਪੀਰ, ਤੇ ਨਾਲੇ ਮਿਸਤਰੀ ਕੰਮ ਕਰੀ ਜਾਂਦਾ ਹੈ ਤੇ ਨਾਲੇ ਉਸ ਪੀਰ ਦੀ ਉਡੀਕ ਕਰ ਰਿਹਾ ਵੀ ਉਹਨੇ ਆਉਣਾ ਹੈ ਤੇ ਉਹਦੇ ਸਵਾਲ ਦਾ ਜਵਾਬ ਦੇਣ ਲਈ ਮੈਂ ਉਹਨੂੰ ਗੁਰੂ ਸਾਹਿਬ ਕੋਲ ਲੈ ਕੇ ਜਾਣਾ ਹੈ। ਲੈ ਕਰ ਚਲਬ ਸੰਗ ਗੁਰ ਤੀਰ, ਜਦੋਂ ਪੀਰ ਆਏਗਾ ਮੈਂ ਨਾਲ ਲੈ ਕੇ ਸਤਿਗੁਰਾਂ ਕੋਲ ਜਾਵਾਂਗਾ। ਇਤਨੇ ਮਹਿ ਆਇਓ ਚਲ ਸੋਏ, ਇਤਨੇ ਨੂੰ ਸਾਧ ਸੰਗਤ ਜੀ ਉਹ ਪੀਰ ਵੀ ਆ ਗਿਆ। ਮਿਲੇ ਪਰਸ ਪਰ ਹਰਖਤ ਹੋਏ, ਬੜੀ ਖੁਸ਼ੀ ਦੇ ਨਾਲ ਪੀਰ ਤੇ ਮਿਸਤਰੀ ਆਪਸ ਵਿੱਚ ਮਿਲੇ ਹਨ। ਬੂਝਿਓ ਮੋਹ ਸੰਦੇਸ਼ਾ ਦੇਹੋ, ਉਸ ਮਿਸਤਰੀ ਨੇ ਜਦੋਂ ਉਸ ਪੀਰ ਨੂੰ ਆਏ ਨੂੰ ਜੀ ਆਇਆਂ ਆਖਿਆ ਤੇ ਉਹ ਪੀਰ ਕਹਿੰਦਾ ਵੀ ਮੇਰਾ ਸਵਾਲ ਪੁੱਛਿਆ ਸੀ,
ਜਿਹੜੀ ਗੱਲ ਮੈਂ ਗੁਰੂ ਤੇਗ ਬਹਾਦਰ ਸਾਹਿਬ ਲਈ ਤੈਨੂੰ ਸੁਨੇਹਾ ਦਿੱਤਾ ਸੀ, ਮੈਸੇਜ ਦਿੱਤਾ ਸੀ, ਉਹ ਤੁਸੀਂ ਸਤਿਗੁਰਾਂ ਕੋਲੋਂ ਮੈਸੇਜ ਪੁੱਛਿਆ ਹੈ? ਹਾਂਜੀ। ਗੁਰ ਸੋ ਕਹਿਓ ਕਿ ਨਾਹੀ ਇਹੋ। ਇਹ ਮੇਰਾ ਸਵਾਲ ਗੁਰੂ ਸਾਹਿਬ ਨੂੰ ਕਿਹਾ ਕਿ ਨਹੀਂ ਕਿਹਾ? ਮੈਂ ਪੁੱਛਿਆ ਸੀ ਵੀ ਜੇ ਗੁਰੂ ਸਾਹਿਬ ਪੀਰ ਹਨ ਔਰ ਦੁਨੀਆ ਤੋਂ ਮੋਹ ਮਾਇਆ ਤੋਂ ਨਿਰਲੇਪ ਹਨ, ਬੈਰਾਗ ਦੀ ਮੂਰਤੀ ਹਨ, ਤਾਂ ਫਿਰ ਉਹ ਇਹ ਵੱਡੇ ਵੱਡੇ ਮਕਾਨ ਬਣਾਉਣ ਦੀ ਤੇ ਪਿੰਡ ਆਨੰਦਪੁਰ ਵਸਾਉਣ ਦੀ ਕੀ ਲੋੜ ਪੈ ਗਈ ਹੈ? ਇਸ ਕਰਕੇ ਮੈਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪੁੱਛਣਾ ਹੈ। ਤੋ ਮਹਾਰਾਜ ਜੀ ਤੂੰ ਪੁੱਛਿਆ ਕਿ ਨਹੀਂ ਪੁੱਛਿਆ ਮਿਸਤਰੀ ਜੀ? ਸ਼ਿਲਪੀ ਸਾਦਰ ਸੁਧ ਸੁਭਤਾਈ। ਸ਼ਿਲਪੀ ਨੇ, ਮਿਸਤਰੀ ਨੇ ਅੱਗੋਂ ਹੱਥ ਜੋੜ ਕੇ ਪੀਰ ਨੂੰ ਬੇਨਤੀ ਕੀਤੀ ਹੁਕਮ ਭਇਓ ਲਿਹੋ ਦਰਸ਼ਨ ਪਾਈ। ਕਿ ਪੀਰ ਜੀ ਮੈਂ ਤੁਹਾਡਾ ਸਵਾਲ ਗੁਰੂ ਮਹਾਰਾਜ ਨੂੰ ਪੁੱਛਿਆ ਸੀ। ਗੁਰੂ ਮਹਾਰਾਜ ਦਾ ਹੁਕਮ ਹੋਇਆ ਵੀ ਪੀਰ ਜੀ ਨੂੰ ਸਾਡੇ ਕੋਲ ਹੀ ਲੈ ਆਓ। ਸੁਨਤ ਪੀਰ ਨੇ ਹਿਰਦੈ ਵਿਚਾਰਾ। ਤੋ ਪੀਰ ਨੇ ਮਨ ਵਿੱਚ ਸੋਚਿਆ ਉੱਤਰ ਉਤਰਹਿ ਕੌਣ ਪ੍ਰਕਾਰਾ। ਕਿ ਪਤਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸ ਤਰ੍ਹਾਂ ਜਵਾਬ ਦੇਣਗੇ, ਕਿੱਦਾਂ ਦਾ ਜਵਾਬ ਦੇਣਗੇ। ਚਾਹੀਏ ਸੁਨਿਓ ਮਿਲਨੋ ਬਨ ਆਵੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣਾ ਚਾਹੀਦਾ ਹੈ ਤੇ ਇਸ ਸਵਾਲ ਦਾ ਜਵਾਬ ਉਹਨਾਂ ਦੇ ਮੁਖ ਤੋਂ ਸੁਣਨਾ ਚਾਹੀਦਾ ਹੈ। ਸਿਫਤ ਖੁਦਾਏ ਪੰਥ ਬਿਦਤਾਵੈ। ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਲਾ ਦੀ ਬੰਦਗੀ ਬਹੁਤ ਕਰਦੇ ਹਨ, ਖੁਦਾ ਦੇ ਪਿਆਰੇ ਹਨ ਤੇ ਖੁਦਾ ਦੇ ਨਾਮ ਵਿੱਚ ਰੰਗੇ ਹੋਏ ਹਨ। ਉਹਨਾਂ ਮਹਾਂਪੁਰਸ਼ਾਂ ਤੋਂ ਕੁਛ ਨਾ ਕੁਛ ਗਿਆਨ ਦੀ ਗੱਲ ਵੀ ਸੁਣਾਂਗੇ ਤੇ ਆਪਣਾ ਸ਼ੰਕਾ ਵੀ ਨਿਰਵਿਰਤ ਕਰਾਵਾਂਗੇ। ਹੋਏ ਗੁਫ਼ਤਗੋ ਨੀਕੀ ਅਹੈ। ਚੰਗੀ ਗੱਲ ਹੁੰਦੀ ਕਿ ਸਾਧੂਆਂ ਸੰਤਾਂ ਨੂੰ ਮਿਲੋ, ਗੱਲਬਾਤ ਕਰਨੀ ਮਹਾਂਪੁਰਸ਼ਾਂ ਨਾਲ ਕਰੋ। ਬਾਣੀ ਲਿਖਿਆ ਨਾ, ਮਹਾਰਾਜ ਦੀ ਬਾਣੀ ਚਾਹੁੰਦਾ ਵੀ ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਸੰਤ ਮਿਲੈ ਕਿਛ ਸੁਣੀਆਂ ਕਹੀ ਹੈ। ਜੇ ਸੰਤ ਮਿਲੇ ਤੇ ਉਹਦੇ ਨਾਲ ਗੱਲਬਾਤ ਕਰੋ। ਜੇ ਬੰਦਾ ਮਨਮੁਖ ਚੁੱਪ ਕਰ ਜਾਓ, ਉਹਨੇ ਪਤਾ ਨਹੀਂ ਕੀ ਬੋਲ ਦੇਣਾ ਤੇ ਕੀ ਹੋ ਜਾਣਾ। ਇਸ ਕਰਕੇ ਗੁਰਮੁਖਾਂ ਦੀ, ਸੰਤਾਂ ਦੀ, ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ। ਮਹਾਂਪੁਰਖ ਸੰਗਤ ਸੁਖ ਲਹੈ। ਮਹਾਂਪੁਰਸ਼ਾਂ ਦੀ ਸੰਗਤ ਦੋਵਾਂ ਜਹਾਨਾਂ 'ਚ ਸੁੱਖ ਦਿੰਦੀ ਹੈ ਤੇ ਮਾੜੇ ਬੰਦੇ ਦੀ ਸੰਗਤ ਦੋਵਾਂ ਜਹਾਨਾਂ 'ਚ ਦੁੱਖ ਦਿੰਦੀ ਹੈ। ਏਵ ਵਿਚਾਰਤ ਗਮਨਿਓ ਸਾਥ। ਇਸ ਤਰ੍ਹਾਂ ਦੀ ਵਿਚਾਰ ਕਰਕੇ ਪੀਰ ਉਸ ਮਿਸਤਰੀ ਦੇ ਨਾਲ ਤੁਰ ਪਿਆ ਜਿਹਠਾਂ ਬੈਠੇ ਗੁਰ ਜਗਨਨਾਥ। ਜਿੱਥੇ ਸਾਰੀ ਸ੍ਰਿਸ਼ਟੀ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ, ਬਿਰਾਜੇ ਹੋਏ ਸਨ। ਝੁਗਿਓ ਸਲਾਮ ਕੀਨ ਪਾਖਰੋ। ਉੱਥੇ ਜਾ ਕੇ ਗੁਰੂ ਸਾਹਿਬ ਨੂੰ ਪੀਰ ਨੇ ਤੇ ਮਿਸਤਰੀ ਨੇ ਮਿਲਣਾ ਕੀਤਾ। ਉਹਨੇ ਝੁੱਕ ਕੇ ਸਲਾਮ ਕੀਤੀ। ਮੁਸਲਮਾਨ ਸੀ ਨਾ ਪੀਰ, ਉਹਨੇ ਆਪਣੇ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਿਕਾਰ ਕੀਤਾ ਤੇ ਗੁਰੂ ਜੀ ਨੇ ਵੀ ਪੀਰ ਜੀ ਦਾ ਬੜਾ ਹੀ ਸਤਿਕਾਰ ਕੀਤਾ। ਖਰੋ ਭਾਏ ਅੰਤਰ ਉਰ ਭਰੋ। ਕਹਿੰਦੇ ਮਨ ਦੇ ਵਿੱਚ ਉਹਦੇ ਅੰਤਰ ਸੀ, ਅਜੇ ਫਰਕ ਸੀਗਾ। ਸਵਾਲ ਸੀ ਨਾ, ਜਦੋਂ ਸਵਾਲ ਹੁੰਦਾ ਉਦੋਂ ਸ਼ਰਧਾ ਨਹੀਂ ਹੁੰਦੀ। ਸ਼ੰਕਾ ਹੋ, ਸ਼ੰਕਾ ਤੇ ਸ਼ਰਧਾ ਦਾ ਆਪਸ ਵਿੱਚ ਮੇਲ ਨਹੀਂ ਹੈਗਾ। ਦੋ ਹੀ ਚੀਜ਼ਾਂ, ਜਾਂ ਤੁਹਾਡੇ ਮਨ 'ਚ ਸ਼ਰਧਾ ਰਹਿ ਸਕਦੀ ਹੈ ਤੇ ਜਾਂ ਫਿਰ ਤੁਹਾਡੇ ਮਨ 'ਚ ਸ਼ੰਕਾ ਰਹਿ ਸਕਦਾ। ਸੋ ਸ਼ੰਕਾ ਸੀ ਉਹਦੇ ਮਨ ਵਿੱਚ, ਖੜਾ ਰਿਹਾ ਗੁਰੂ ਸਾਹਿਬ ਦੇ ਸਾਹਮਣੇ, ਚੰਗੀ ਤਰ੍ਹਾਂ ਮੱਥਾ ਨਹੀਂ ਟੇਕਿਆ, ਇੱਦਾਂ ਸਲਾਮ ਕਰਤੀ ਜਿਵੇਂ ਓਪਰੇ ਤੌਰ 'ਤੇ ਕਰੀਦਾ। ਸਲਾਮ ਪੀਰ ਜੀ ਮਾਰੇ, ਕਹਿੰਦੇ ਆਓ ਪੀਰ ਜੀ, ਜੀ ਆਇਆਂ ਨੂੰ, ਬੈਠੋ, ਸਲਾਮ ਪ੍ਰਵਾਨ ਹੈ ਤੁਹਾਡੀ। ਹਾਂਜੀ। ਆਇਸ ਪਾਏ ਅਸੀਨਿਓ ਪੀਰ। ਆਗਿਆ ਪਾ ਕੇ ਉਹ ਮੁਸਲਮਾਨ ਪੀਰ ਗੁਰੂ ਸਾਹਿਬ ਦੇ ਕੋਲ ਬੈਠ ਗਿਆ। ਮਹਾਰਾਜ ਨੇ ਕਿਹਾ ਬੈਠੋ, ਇੱਜ਼ਤ ਨਾਲ ਬਿਠਾਇਆ ਉਸ ਨੂੰ। ਬੂਝਣ ਕੀਨਸ ਗੁਰੂ ਕਹੀਰ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਨੂੰ ਪੁੱਛਦੇ ਹਨ, ਕੌਣ ਅਹੋ ਤੁਮ ਕਹਾ ਬਸੰਤੋ। ਹੇ ਪੀਰ ਜੀ, ਕੌਣ ਹੋ ਤੁਸੀਂ ਤੇ ਕਿੱਥੇ ਰਹਿੰਦੇ ਹੋ? ਕਿਆ ਪੂਛਤ ਹੋ ਕਹੋ ਮਤੰਤੋ। ਤੇ ਪੀਰ ਜੀ ਕੀ ਪੁੱਛਣਾ ਚਾਹੁੰਦੇ ਹੋ? ਤੁਹਾਡਾ ਕੀ ਸਵਾਲ ਹੈ? ਤੁਹਾਡਾ ਕੀ ਕੁਐਸਚਨ ਹੈ? ਦੱਸੋ। ਭਨਿਓ ਪੀਰ ਨੇ ਸੈਦ ਮੈਂ ਹੋ। ਉਹ ਪੀਰ ਨੇ ਆਖਿਆ ਜੀ ਮੈਂ ਸੈਯਦ ਹਾਂ। ਸੈਯਦ ਜਿਹੜੇ ਨੇ ਸਾਧ ਸੰਗਤ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਬੇਟੀ ਫਾਤਿਮਾ ਦੇ ਪਰਿਵਾਰ ਵਿੱਚੋਂ ਹੋਏ ਨੇ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਨੂੰ ਬੇਦੀ ਸਾਹਿਬਜ਼ਾਦੇ ਕਹਿੰਦੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਜਾਂ ਸਾਰਿਆਂ ਦੇ ਜਿਹੜੀ ਅੰਸ-ਬੰਸ ਚੱਲਦੀ ਹੈ ਜਿਨ੍ਹਾਂ ਦੀ ਮਹਾਂਪੁਰਸ਼ਾਂ ਦੀ, ਗੁਰੂਆਂ ਦੀ, ਜਿਵੇਂ ਸੋਢੀ ਸਾਹਿਬਜ਼ਾਦੇ, ਭੱਲੇ ਸਾਹਿਬਜ਼ਾਦੇ, ਇੱਦਾਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਿਵਾਰਾਂ ਦਾ ਸਤਿਕਾਰ ਹੈ ਪੰਥ ਵਿੱਚ। ਅਤੇ ਜਿਹੜੇ ਹੋਰ ਮਹਾਂਪੁਰਸ਼ ਹੋਏ ਨੇ, ਬਾਬਾ ਬਿਧੀ ਚੰਦ ਜੀ ਜਾਂ ਹੋਰ ਬਾਬਾ ਮਨੀ ਸਿੰਘ ਜੀ ਆਦਿਕ, ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਵੀ ਸਤਿਕਾਰ ਹੁੰਦਾ।
ਮੁਸਲਮਾਨਾਂ ਵਿੱਚ ਸਭ ਤੋਂ ਜ਼ਿਆਦਾ ਸ਼ਹੀਦਾਂ ਦਾ ਸਤਿਕਾਰ ਹੁੰਦਾ। ਕਹਿੰਦੇ ਸ਼ਹੀਦ ਮੁਹੰਮਦ ਸਾਹਿਬ ਜੀ ਦੇ ਅੰਸ ਬੰਸ ਵਿੱਚੋਂ ਹਨ। ਇਸ ਕਰਕੇ ਉਹ ਕਹਿਣ ਲੱਗਾ ਜੀ ਮੈਂ ਸ਼ਹੀਦ ਮੁਸਲਮਾਨ ਹਾਂ। ਰੋਪੜ ਨਗਰੀ ਵਿਖੇ ਬਸੈਹੋਂ, ਤੇ ਆ ਨੇੜੇ ਹੀ ਰੋਪੜ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਹਾਂ, ਰੋਪੜ ਦਾ ਰਹਿਣ ਵਾਲਾ ਹਾਂ। ਹਮਰੇ ਹੁਤੇ ਮੁਰੀਦ ਅਗਾਰੇ, ਸਾਡੇ ਇੱਧਰ ਸੇਵਕ ਹਨ, ਮੁਰੀਦ ਹਨ ਪਹਾੜਾਂ ਦੇ ਵਿੱਚ। ਮੈਂ ਉੱਥੇ ਚੱਲਿਆ ਸੀ, ਕੱਲ ਗਿਆ ਸੀ। ਤਿਨ ਟਿਕ ਜਾਨ ਹੇਤ ਉਰ ਧਾਰੀ, ਮੇਰੇ ਮੁਰੀਦਾਂ ਨੂੰ ਮਿਲਣ ਵਾਸਤੇ ਮੈਂ ਗਿਆ ਸੀ ਅੱਗੇ, ਤੇ ਇੱਥੋਂ ਲੰਘਿਆ ਸੀ ਕੱਲ ਤੁਹਾਡੇ ਨਗਰੀ ਚੋਂ ਗੁਰੂ ਜੀ। ਇਤ ਦਿਸ਼ ਆਵਨ ਪਇਓ ਹਮਾਰਾ, ਮੇਰਾ ਇੱਧਰ ਆਉਣਾ ਪਿਆ, ਮੈਨੂੰ ਇੱਧਰ ਲੰਘਣਾ ਪਿਆ, ਕਿਉਂਕਿ ਅੱਗੇ ਮੇਰੇ ਮੁਰੀਦ ਰਹਿੰਦੇ ਨੇ ਪਹਾੜਾਂ ਵਿੱਚ। ਜਿਸ ਤੇ ਯਾਫਤ ਦਰਸ ਤੁਮਾਰਾ, ਮੈਨੂੰ ਤੁਹਾਡੇ ਵੀ ਦਰਸ਼ਨ ਹੋ ਗਏ ਹਨ, ਮੇਰੀ ਯਾਤਰਾ ਹੋ ਗਈ ਹੈ। ਤੇ ਯਾਤਰਾ ਵਿੱਚ ਮਹਾਰਾਜ ਅੱਜ ਤੁਹਾਡੇ ਵੀ ਸਬੱਬੀ ਮੇਲੇ ਹੋਏ ਹਨ। ਤੁਮ ਹਿੰਦੁਨ ਕੀ ਗੁਰੂ ਕਹਾਵੈ, ਤੁਸੀਂ ਹਿੰਦੂਆਂ ਦੇ ਗੁਰੂ ਕਹਾਉਂਦੇ ਹੋ, ਹਿੰਦੂ ਤੁਹਾਨੂੰ ਆਪਣਾ ਗੁਰੂ ਮੰਨਦੇ ਹਨ। ਭਲੋ ਹੋਣ ਕੋ ਪੰਥ ਬਤਾਬਹੋ, ਤੇ ਤੁਸੀਂ ਇਹਨਾਂ ਲੋਕਾਂ ਨੂੰ ਭਲੇ ਦਾ, ਖੁਦਾ ਦਾ, ਰੱਬ ਦਾ, ਪਰਮਾਤਮਾ ਦਾ ਰਾਹ ਦੱਸਦੇ ਹੋ। ਤੁਸੀਂ ਇਹਨਾਂ ਨੂੰ ਨੇਕ ਚਾਲ ਚੱਲਣੀ ਦੱਸਦੇ ਹੋ, ਮਾੜੇ ਕੰਮਾਂ ਤੋਂ ਹਟਾਉਣਾ, ਚੰਗੇ ਕੰਮਾਂ ਦੇ ਤੋਰਨਾ, ਇਹ ਗੁਰੂਆਂ ਦਾ ਕੰਮ ਹੁੰਦਾ। ਤੁਸੀਂ ਲੋਕਾਂ ਨੂੰ ਚੰਗੇ ਰਾਹ 'ਤੇ ਤੋਰਨ ਵਾਲੇ ਹੋ। ਇਹ ਮਹਿਲਾਇਤ ਮਹਾ ਉਸਾਰਨ, ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਤੁਸੀਂ ਗੁਰੂ ਹੋ, ਤੁਸੀਂ ਲੋਕਾਂ ਨੂੰ ਅੱਲਾ ਦਾ ਰਾਹ ਦੱਸੋ, ਫਕੀਰੀ ਦੱਸੋ, ਪਰ ਆਹ ਐਡੇ ਐਡੇ ਮਹਿਲ ਉਸਾਰ ਨੇ, ਬਿਲਡਿੰਗਾਂ ਬਣਾਉਣੀਆਂ, ਪੈਸਾ ਇੰਨਾ ਖਰਚ ਕਰਨਾ, ਇਹ ਤੁਹਾਨੂੰ ਕੀ ਸ਼ੋਭਾ ਦਿੰਦਾ ਹੈ? ਇਹਦੀ ਤੁਹਾਨੂੰ ਕੀ ਲੋੜ ਹੈ? ਨਿਰਤਪਤ ਮਮਤਾ ਅਦਕ ਵਿਥਾਰਨ, ਤੇ ਦਿਨੋਂ ਦਿਨ ਮਮਤਾ ਹੀ ਹੋਏਗੀ, ਕਿਉਂਕਿ ਮਕਾਨ ਬਣਨਗੇ, ਫਿਰ ਉਹਦਾ ਮੋਹ ਵੀ ਹੋਵੇਗਾ, ਮੈਂ ਇਹਦੇ 'ਚ ਰਹਿਣਾ ਹੈ। ਫਿਰ ਤਾਂ ਤੁਹਾਡਾ ਵੀ ਮੋਹ ਇਹਨਾਂ ਮਕਾਨਾਂ ਵਿੱਚ ਹੀ ਹੋਵੇਗਾ ਨਾ। ਹਾਂਜੀ। ਸੰਤ ਜਨਹੁ ਕੈ ਨਾਹਿਨ ਨੀਕੇ, ਹੇ ਗੁਰੂ ਜੀ, ਸੰਤਾਂ ਨੂੰ ਇੱਦਾਂ ਦੀ ਮੋਹ ਮਾਇਆ ਚੰਗੀ ਨਹੀਂ ਹੁੰਦੀ, ਬੜਤਾ ਜਗ ਕੀ ਜਾਣਤ ਫੀਕੇ। ਕਿਉਂਕਿ ਜਿਹੜੇ ਸੱਚੇ ਸੰਤ ਹੁੰਦੇ ਨੇ ਉਹ ਦੁਨੀਆ ਦੀਆਂ ਵਡਿਆਈਆਂ, ਮਾਇਆ ਦੀਆਂ ਵਡਿਆਈਆਂ ਨੂੰ ਫਿੱਕਾ ਸਮਝਦੇ ਨੇ। ਹੋਏ ਪ੍ਰਲੋਕ ਮਹਿ ਜੋ ਸੁਖਦਾਈ, ਉਹਦਾ ਉਹ ਕੰਮ ਕਰਦੇ ਨੇ ਜਿਹੜਾ ਅੱਗੇ ਅੱਲਾ ਦੇ ਦਰਬਾਰ ਵਿੱਚ ਸੁਖਦਾਈ ਹੋਵੇ, ਜਿਹਦੇ ਨਾਲ ਜੀਵ ਆਤਮਾ ਦਾ ਭਲਾ ਹੋਵੇ, ਜਿਹਦੇ ਨਾਲ ਪਰਲੋਕ ਸੁਧਰ ਜਾਵੇ, ਉਹ ਕੰਮ ਕਰਦੇ ਨੇ। ਜਿਹੜੇ ਕੰਮ ਕਰਕੇ ਜਨਮ ਮਰਨ ਦਾ ਚੱਕਰ ਪੈਣਾ ਜਾਂ ਨਰਕਾਂ 'ਚ ਜਾਣਾ, ਉਹ ਕੰਮ ਨਹੀਂ ਕਰਦੇ। ਤਿਸ ਆਚਰਹਿ ਤਜ ਹੈ ਚਪਲਾਈ, ਉਹ ਇਹ ਮਾਇਆ ਦੀ ਚੰਚਲਤਾਈ ਨੂੰ ਛੱਡ ਕੇ ਸਾਧੂ ਬਿਰਤੀ ਰੱਖਦੇ ਨੇ, ਦੁਨੀਆ ਤੇ ਮਹਿਮਾਨਾਂ ਦੀ ਤਰ੍ਹਾਂ ਰਹਿੰਦੇ ਨੇ। ਥੋੜ੍ਹਾ ਦਿਨ ਰਹਿਣਾ, ਕਾਹਨੂੰ ਐਡੇ ਮਕਾਨ ਬਣੇ, ਕੁੱਲੀਆਂ ਵਿੱਚ ਹੀ ਗੁਜ਼ਾਰਾ ਕਰ ਲੈਂਦੇ ਨੇ। ਸੁਨੋ ਪੀਰ ਗੁਰਬਾਕ ਉਚਾਰਾ, ਗੁਰੂ ਤੇਗ ਬਹਾਦਰ ਸਾਹਿਬ ਜੀ ਪੀਰ ਦਾ ਸੰਸਾ ਸੁਣ ਕੇ ਕਹਿਣ ਲੱਗੇ, ਪੀਰ ਜੀ ਸੁਣੋ, ਸਭ ਆਸ਼ਰਮ ਤੇ ਗ੍ਰਹਸਥ ਉਦਾਰਾ। ਹੇ ਪੀਰ ਜੀ, 4 ਆਸ਼ਰਮ ਨੇ। ਜਨਮ ਤੋਂ ਲੈ ਕੇ 25 ਸਾਲ ਤੱਕ ਬੱਚੇ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਆਪਣੇ ਗੁਰੂਆਂ ਕੋਲ। ਉਹਨੂੰ ਕਹਿੰਦੇ ਨੇ ਬ੍ਰਹਮਚਰਜ, ਬ੍ਰਹਮਚਾਰੀ ਰਹਿ ਕੇ। ਦੂਸਰਾ ਆਸ਼ਰਮ ਹੈ 25 ਤੋਂ ਲੈ ਕੇ 50 ਸਾਲ ਤਾਈਂ ਗ੍ਰਸਤੀ ਬਣ ਕੇ ਰਵੇ, ਬੱਚੇ ਪੈਦਾ ਕਰੇ, ਬੱਚੇ ਪੜ੍ਹਾਏ ਲਿਖਾਵੇ, ਵਿਆਹਵੇ, ਅਤੇ ਆਪਣਾ ਉਸ ਤੋਂ ਬਾਅਦ ਬਾਨਪ੍ਰਸਤ ਹੋ ਜਾਵੇ, ਜੰਗਲਾਂ ਨੂੰ ਚਲਾ ਜਾਵੇ। ਅਤੇ 75 ਸਾਲ ਦੀ ਉਮਰ ਤੋਂ ਬਾਅਦ ਤੇ ਫਿਰ ਪੱਕਾ ਸੰਨਿਆਸੀ ਹੋ ਜਾਵੇ, ਵੀ ਦੁਨੀਆ ਛੱਡਣੀ ਹੈ, ਫਿਰ ਤਾਂ ਆਪਣਾ ਖਾਣਾ ਪੀਣਾ ਵੀ ਘੱਟ ਕਰ ਲਵੇ ਸੰਜਮ ਵਿੱਚ। ਇੱਦਾਂ ਹੌਲੇ ਹੌਲੇ ਦੁਨੀਆ ਤਿਆਗ ਕੇ ਪਰਮਾਤਮਾ ਨੂੰ ਮਿਲੇ। ਇਹ 4 ਆਸ਼ਰਮ ਨੇ। ਪਰ ਜਿਹੜਾ ਗ੍ਰਸਥ ਆਸ਼ਰਮ ਹੈ, ਇਹ 4ਾਂ ਵਿੱਚੋਂ ਸ਼੍ਰੋਮਣੀ ਹੈ। ਅਪਰ ਸਕਲ ਕਹੋ ਇਹ ਉਪਜੰਤੋ, ਬਾਕੀ ਸਾਰੇ ਆਸ਼ਰਮ ਇਹਦੇ 'ਚੋਂ ਪੈਦਾ ਹੁੰਦੇ ਨੇ। ਗ੍ਰਸਤੀ ਵੀ ਗ੍ਰਸਤੀਆਂ ਦੇ ਘਰ ਜੰਮਦੇ ਨੇ, ਅਤੇ ਸਾਧੂ ਵੀ ਗ੍ਰਸਤੀਆਂ ਦੇ ਘਰ ਹੀ ਜੰਮਦੇ ਨੇ। ਸਾਧੂ ਉੱਪਰੋਂ ਅਸਮਾਨ ਤੋਂ ਨਹੀਂ ਟਪਕਦੇ, ਉਹਨਾਂ ਨੇ ਵੀ ਜਨਮ ਤਾਂ ਕਿਸੇ ਮਾਂ ਬਾਪ ਤੋਂ ਹੀ ਲੈਣਾ ਹੁੰਦਾ। ਇਸ ਕਰਕੇ ਗ੍ਰਸਥ ਆਸ਼ਰਮ ਬੜਾ ਮਹਾਨ ਹੈ। ਪੁੰਨ ਸਭ ਹੂਨ ਅਲੰਬਰ ਹੰਤੋ, ਫਿਰ ਸਾਰਿਆਂ ਦਾ ਸਹਾਰਾ ਵੀ ਗ੍ਰਸਤੀ ਹੁੰਦੇ ਨੇ। ਸਾਧੂਆਂ ਨੂੰ ਭੁੱਖ ਲੱਗਦੀ ਹੈ, ਪ੍ਰਸ਼ਾਦਾ ਕਿੱਥੇ ਛਕਣਗੇ? ਗ੍ਰਸਤੀ ਦੇ ਘਰ ਹੀ ਜਾਣਗੇ। ਖੇਤੀ ਗ੍ਰਸਤੀ ਨੇ ਕਰਨੀ ਹੈ, ਕਣਕ ਆਟਾ ਦਾਲ ਚਾਵਲ ਗ੍ਰਸਤੀ ਨੇ ਪੈਦਾ ਕਰਨਾ, ਦੁਕਾਨਦਾਰੀ ਗ੍ਰਸਤੀ ਨੇ ਕਰਨੀ ਹੈ, ਖੇਤੀਬਾੜੀ ਗ੍ਰਸਤੀ ਨੇ ਕਰਨੀ ਹੈ, ਨੌਕਰੀ ਚਾਕਰੀ ਗ੍ਰਸਤੀ ਨੇ ਕਰਨੀ ਹੈ। ਕਮਾ ਕੇ ਗ੍ਰਸਤੀ ਨੇ ਜਿੱਥੇ ਆਪਣੇ ਬੱਚੇ ਪਾਲਣੇ ਨੇ, ਉੱਥੇ ਸਾਧੂਆਂ ਸੰਤਾਂ ਫਕੀਰਾਂ ਨੂੰ ਵੀ ਰੋਟੀ ਗ੍ਰਸਤੀ ਨੇ ਦੇਣੀ ਹੈ। ਇਸ ਕਰਕੇ ਗ੍ਰਸਤ ਆਸ਼ਰਮ ਸਾਰਿਆਂ ਦਾ
ਆਸਰਾ ਹੈ। ਜੋ ਗ੍ਰਹਸਥ ਤੇ ਉਤਰਹਿ ਪੂਰਾ। ਮਹਾਰਾਜ ਕਹਿੰਦੇ ਜਿਹੜਾ ਗ੍ਰਸਤ 'ਚ ਪੂਰਾ ਉਤਰ ਜਾਵੇ ਨਾ, ਜਿਹੜਾ ਗ੍ਰਸਤੀ ਪੂਰਾ ਹੋਵੇ, ਸਹੀ ਮਾਇਨਿਆਂ 'ਚ ਗ੍ਰਸਤੀ ਹੋਵੇ। ਅੱਜ ਕੱਲ੍ਹ ਸਾਧ ਸੰਗਤ ਜੀ ਨਾ ਤਾਂ ਸਹੀ ਮਾਇਨਿਆਂ 'ਚ ਕੋਈ ਸਾਧ ਹੈ ਤੇ ਨਾ ਸਹੀ ਮਾਇਨਿਆਂ 'ਚ ਕੋਈ ਗ੍ਰਸਤੀ ਵੀ ਗ੍ਰਸਤੀ। ਅਸੀਂ ਗ੍ਰਸਤੀਆਂ ਵਾਲੇ ਵੀ ਕੰਮ ਨਹੀਂ ਕਰਦੇ। ਜਿਹੜੀ ਗ੍ਰਸਤੀ ਦੀ ਡਿਊਟੀ ਹੈ ਨਾ, ਅਸੀਂ ਗ੍ਰਸਤੀ ਹੋ ਕੇ ਨਹੀਂ ਕਰ ਰਹੇ। ਜਿਹੜੀ ਸਾਧੂ ਦੀ ਡਿਊਟੀ ਉਹ ਸਾਧੂ ਨਹੀਂ ਕਰ ਰਹੇ। ਕਲਯੁਗ ਨੇ ਸਾਰਿਆਂ ਦੀ ਬੁੱਧੀ ਭ੍ਰਿਸ਼ਟ ਕੀਤੀ ਹੋਈ ਹੈ। ਪਰ ਸਹੀ ਜਿਹੜਾ ਗ੍ਰਸਤੀ ਹੈ ਨਾ, ਜਿਹੜਾ ਦਸਾਂ ਨੋਹਾਂ ਦੀ ਕਿਰਤ, ਮਾਰੇ ਕਹਿੰਦੇ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜਿਹੜਾ ਆਪਣਾ ਤਾਨ ਸਰੀਰ ਹੀ ਦਾਨ ਪੁੰਨ ਕਰ ਦਵੇ, ਉਸ ਗੰਗਾ ਤੋਂ ਵੀ ਪਵਿੱਤਰ ਹੈ ਗ੍ਰਸਤੀ। ਹਾਂਜੀ। ਅੰਤ ਕਾਲ ਪ੍ਰਾਪਤ ਪਦਰੂਰਾ। ਉਹ ਜੇ ਗ੍ਰਸਤੀ ਨੂੰ ਅੰਤ ਕਾਲ ਬੜੀ ਮਹਾਨ ਪਦਵੀ ਮਿਲਦੀ ਹੈ, ਮੁਕਤੀ, ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਪੁੰਨ ਦਾਨ ਕਾ ਕਰਹਿ ਸਰੀਰ। ਮਹਾਰਾਜ ਨੇ ਆਪਣੀ ਬਾਣੀ ਵਿੱਚ ਕਿਹਾ ਹੈ, ਜਿਹੜਾ ਆਪਣਾ ਦਾਨ ਪੁੰਨ ਹੀ ਸਰੀਰ ਹੀ ਦਾਨ ਪੁੰਨ ਕਰ ਦਵੇ, ਆਪਣੇ ਸਰੀਰ ਨੂੰ ਹੀ ਪੁੰਨ ਦਾਨ ਦਾ ਬਣਾ ਲਵੇ ਵੀ ਮੈਂ ਇਹਦੇ ਨਾਲ ਭਲਾ ਹੀ ਕਰਨਾ, ਪ੍ਰਸ਼ਾਦਾ ਛਕਾਉਣਾ, ਜਲ ਛਕਾਉਣਾ, ਸੇਵਾ ਕਰਨੀ, ਸਾਧੂਆਂ ਸੰਤਾਂ ਦੀ ਕਰਨੀ, ਆਪਣੇ ਬੱਚੇ ਪਾਲਣੇ ਨੇ, ਗੁਰਦੁਆਰਿਆਂ ਦੀ ਸੇਵਾ, ਮੰਦਰਾਂ ਦੀ ਸੇਵਾ, ਆਪਣੇ ਪਰਿਵਾਰ ਦੀ, ਸਮਾਜ ਦੀ, ਦੇਸ਼ ਦੀ, ਕਿੰਨੀਆਂ ਜ਼ਿੰਮੇਵਾਰੀਆਂ ਗ੍ਰਸਤੀ ਨਿਭਾਉਂਦਾ। ਜਿਹੜਾ ਉਹਨੂੰ ਸਹੀ ਮਾਇਨੇ 'ਚ ਨਿਭਾਵੇ, ਸ਼ਰਧਾ ਨਾਲ ਨਿਭਾਵੇ, ਆਪਣਾ ਫਰਜ਼ ਸਮਝ ਕੇ, ਡਿਊਟੀ ਸਮਝ ਕੇ, ਸੋ ਗਿਰਹੀ ਗੰਗਾ ਕਾ ਨੀਰ। ਮਹਾਰਾਜ ਕਹਿੰਦੇ ਬਾਣੀ 'ਚ ਲਿਖਿਆ ਵੀ ਉਹ ਗ੍ਰਸਤੀ ਤੇ ਗੰਗਾ ਦੇ ਪਾਣੀ ਨਾਲੋਂ ਵੀ ਪਵਿੱਤਰ ਹੈ। ਜੋ ਜੋ ਥਾਨਵਾਨ ਜਿਤ ਹੋਏ। ਕਹਿੰਦੇ ਜਿਹੜਾ ਵੀ ਕੋਈ ਘਰ ਵਾਲਾ ਗ੍ਰਸਤੀ ਹੈ, ਹੇਰ ਅਤਿਥ ਕੋ ਪੂਜਹਿ ਸੋਏ। ਉਹਦੀ ਇਹ ਡਿਊਟੀ ਹੈ, ਉਹਦੀ ਗਲੀ 'ਚੋਂ ਕੋਈ ਲੰਘ ਰਿਹਾ ਭੁੱਖਾ, ਉਹਨੂੰ ਰੋਕ ਕੇ ਪ੍ਰਸ਼ਾਦਾ ਛਕਾਵੇ। ਉਹਦੇ ਘਰ ਅਤਿਥੀ ਆ ਗਿਆ, ਮਹਿਮਾਨ ਆ ਗਿਆ ਦਰਵਾਜ਼ੇ 'ਤੇ, ਉਹਨੇ ਕਿਹਾ ਮੈਂ ਰਾਤ ਰਹਿਣਾ, ਉਹਨੂੰ ਮੰਜਾ ਬਿਸਤਰਾ ਦੇਵੇ, ਉਹ ਕਹੇ ਮੈਨੂੰ ਰੋਟੀ ਚਾਹੀਦੀ ਹੈ, ਉਹਨੂੰ ਪ੍ਰਸ਼ਾਦਾ ਛਕਾਵੇ। ਜੇ ਤੇ ਇਹ ਕਰਦਾ ਤੇ ਗ੍ਰਸਤੀ ਹੈ, ਨਹੀਂ ਤੇ ਸਾਧ ਸੰਗਤ ਜੀ ਕੁਛ ਨਹੀਂ ਗਾ, ਆਪਾਂ ਕੀੜੇ ਮਕੌੜੇ ਹੀ ਹਾਂ। ਜੇ ਤੇ ਅਸੀਂ ਗ੍ਰਸਤੀ ਹੋ ਕੇ ਇਹ ਕੰਮ ਕਰਦੇ ਹਾਂ, ਲੰਗਰ ਪ੍ਰਸ਼ਾਦਾ ਛਕਾਉਂਦੇ ਸਾਧੂ ਸੰਤਾਂ ਮਹਾਂਪੁਰਸ਼ਾਂ ਨੂੰ, ਤੇ ਗੁਰਦੁਆਰੇ 'ਚ ਸੇਵਾ ਕਰਦੇ ਹਾਂ, ਮੰਦਰ 'ਚ ਸੇਵਾ ਕਰਦੇ ਹਾਂ, ਮਸੀਤ 'ਚ ਸੇਵਾ ਕਰਦੇ ਹਾਂ, ਚਰਚ ਸੇਵਾ, ਕਿੱਥੇ ਵੀ ਚੈਰੀਟੇਬਲ ਕੋਈ ਸਮਾਜ ਦੀ ਸੇਵਾ ਕਰਦੇ ਹਾਂ, ਤੇ ਗਰੀਬ ਦੀ ਸੇਵਾ ਕਰਦੇ ਹਾਂ, ਆਪਣੀ ਕਿਰਤ ਵਿਰਤ ਕਰਕੇ, ਤੇ ਫਿਰ ਤੇ ਅਸੀਂ ਇਨਸਾਨ ਗ੍ਰਸਤੀ ਪੂਰੇ ਹਾਂ। ਤੇ ਜੇ ਅਸੀਂ ਆਪਣੇ ਨਿਆਣੇ ਪਾਲ ਕੇ, ਆਪਣੀਆਂ ਗੱਡੀਆਂ ਕਾਰਾਂ ਲੈ ਕੇ, ਟੌਰ ਸ਼ੌਰ ਕੱਢ ਕੇ, ਮਹਿੰਗੇ ਸੂਟ ਪਾ ਕੇ ਘੁੰਮ ਲਿਆ, ਫਿਰ ਅਸੀਂ ਕੁਛ ਨਹੀਂ ਗਏ, ਫਿਰ ਐਵੇਂ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਮਾਰੇ ਕਹਿੰਦੇ ਇੱਦਾਂ ਦਾ ਹੁੰਦਾ ਗ੍ਰਸਤੀ। ਮਹਾ ਪੁੰਨ ਫਲ ਹੈ ਇਸ ਕੇਰਾ। ਮਹਾਰਾਜ ਕਹਿੰਦੇ ਜਿਹੜਾ ਗ੍ਰਸਤੀ ਹੋ ਕੇ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ, ਗਰੀਬਾਂ ਦੀ, ਲੋੜਵੰਦਾਂ ਦੀ ਸੇਵਾ ਕਰਦਾ, ਉਹਦਾ ਉਹਨੂੰ ਬੜਾ ਪੁੰਨ ਮਿਲਦਾ, ਬਹੁਤ ਹੀ ਪੁੰਨ ਮਿਲਦਾ ਹੈ। ਨਿਰੰਕਾਰ ਸੁਖ ਪਾਏ ਵਡੇਰਾ। ਔਰ ਵੱਡਾ ਸੁਖ ਪ੍ਰਾਪਤ ਕਰਦਾ ਹੈ। ਇਸੀ ਪੁੰਨ ਕੇ ਫਲ ਚਾਹੇ ਦੇਖਾ। ਤੇ ਇਸੇ ਪੁੰਨ ਦਾ ਫਲ ਜੇ ਤੂੰ ਦੇਖਣਾ ਚਾਹੁੰਦਾ, ਉਹਨੂੰ ਉਹ ਪੀਰ ਨੂੰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੈਨੂੰ ਦਿਖਾ ਦਿੰਨੇ ਆ। ਬਸਤਰ ਅਛਾਦ ਸਰੀਰ ਅਸ਼ੇਖਾ। ਤਾਂ ਮਹਾਰਾਜ ਕਹਿੰਦੇ ਪੀਰ ਜੀ ਆਪਣੇ ਸਰੀਰ ਤੇ ਕੱਪੜਾ ਲੈ ਕੇ ਲੰਮਾ ਪੈ ਜਾ ਸਾਡੇ ਕੋਲ। ਪੌਡੋ ਜਾਨ ਲਿਹੋ ਇਸ ਕਾਲ। ਔਰ ਇੱਥੇ ਲੰਮਾ ਪੈ ਜਾ ਤੇ ਤੈਨੂੰ ਹੁਣੇ ਦਿਖਾ ਦਿੰਨੇ ਆ। ਜਿਵੇਂ ਇਸ ਤੇ ਸੁਖ ਲਹਿਸ ਵਿਸਾਲ। ਜਿਹੜੇ ਤੈਨੂੰ ਗ੍ਰਸਤ ਦੇ ਫਰਜ਼ ਪਤਾ ਲੱਗਣਗੇ, ਗ੍ਰਸਤੀ ਦੀ ਮਹਾਨਤਾ ਤਾਂ ਤੈਨੂੰ ਪਤਾ ਚੱਲੇਗੀ। ਤੂੰ ਤਾਂ ਸਮਝਦਾ ਵੀ ਮੋਹ ਮਾਇਆ 'ਚ ਫਸੇ ਨੇ, ਇਹਦਾ ਅਸਲੀ ਕੀ ਰੀਜ਼ਨ ਹੈ, ਅਜੇ ਤੈਨੂੰ ਸਮਝ ਨਹੀਂ ਆਇਆ, ਉਹ ਤੈਨੂੰ ਦੱਸਾਂਗੇ। ਸੁਣਤ ਪੀਰ ਚਿਤ ਚਕ੍ਰਿਤ ਹੋਵਾ। ਸੁਣ ਕੇ ਪੀਰ ਚਿੱਤ ਵਿੱਚ ਹੈਰਾਨ ਹੋ ਗਿਆ। ਦੇਖਨ ਅਚਹਿਤ ਪਰਿਓ ਤਬ ਸੋਵਾ। ਕਹਿਣ ਲੱਗਾ ਪਤਾ ਨਹੀਂ ਗੁਰੂ ਜੀ ਕੀ ਕੌਤਕ ਦਿਖਾਉਣ ਲੱਗੇ ਆ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਮੰਨਿਆ, ਲੰਮਾ ਪੈ ਗਿਆ ਤੇ ਚਾਦਰਾ ਲੈ ਕੇ ਸੌਂ ਗਿਆ। ਭਇਓ ਸੁਪਨ ਹੋਏ ਗੁਰ ਕੈ ਸੰਗ। ਜਿਉਂ ਹੀ ਲੰਮਾ ਪਿਆ ਉਹਨੂੰ ਮਹਾਰਾਜ ਨੇ ਸੁਪਨਾ ਦਿਖਾਇਆ। ਸੁਪਨਾ ਕੀ ਦਿਖਾਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਲੈ ਕੇ ਬੜੇ ਵੇਗ ਤੇ ਜਾਏ ਉਤੰਗ। ਬੜੇ ਵੇਗ ਨਾਲ ਉਡਾਰੀ ਮਾਰ ਕੇ ਕਿਸੇ ਹੋਰ, ਕਿਉਂਕਿ ਆਪਾਂ ਸੁਪਨੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਚਲੇ ਜਾਂਦੇ, ਉਡਾਰੀ ਸਰੀਰ ਇੱਥੇ ਰਹਿ ਜਾਂਦਾ ਤੇ ਰੂਹ ਜਿਹੜੀ ਆ ਉਹ ਬਹੁਤ ਦੁਨੀਆ ਦੇ ਗੇੜੇ ਲਾਉਂਦੀ ਹੈ। ਕਹਿੰਦੇ ਉਹ ਫਿਰ ਜਿਹੜਾ ਸੀ ਨਾ ਪੀਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੁਰਗਾਂ ਨੂੰ ਗਿਆ ਹੈ। ਪਹੁੰਚੇ ਸੁਰਗ ਸਮੁੰਦਰ ਸੁੰਦਰ। ਕਹਿੰਦੇ ਸੁਰਗ ਦੇ ਵਿੱਚ ਪਹੁੰਚ ਗਿਆ, ਉੱਥੇ ਸੋਨੇ ਦੇ ਮਹਿਲ ਵੇਖੇ ਹਨ। ਭੋਗ ਆਨੰਦ ਮਹਾਜਨ ਅੰਦਰ। ਜਿਨ੍ਹਾਂ ਵਿੱਚ ਬੜੇ ਆਨੰਦ ਦੇ ਭੋਗ ਦੇ ਸਮਾਨ ਹਨ। ਕਿਤੇ ਬਗੀਚੇ ਹਨ, ਕਿਤੇ ਫੁਹਾਰੇ ਚੱਲ ਰਹੇ ਹਨ, ਕਿਤੇ ਬੜੇ ਬੜੇ ਸੋਹਣੇ ਫੁੱਲ ਖਿੜੇ ਹਨ,
ਕਿਤੇ ਉੱਥੇ ਸਰੋਵਰ ਬੜੇ ਸੋਹਣੇ ਹਨ, ਕਿਤੇ ਖੂਹ ਤਲਾਬ ਬੌਲੀਆਂ ਬਣੀਆਂ ਹੋਈਆਂ ਨੇ, ਕਿਤੇ ਉੱਚੇ ਉੱਚੇ ਗੁੰਬਦ ਸੋਨੇ ਦੇ ਨੇ, ਕਿਤੇ ਝੰਡੇ ਝੂਲਦੇ ਨੇ। ਸਵਰਗ ਦੇ ਨਜ਼ਾਰੇ ਹੀ ਵੱਖਰੇ ਨੇ। ਅਨੇਕ ਭਾਂਤ ਕੀ ਰਚਨਾ ਦੇਖੀ। ਕਹਿੰਦੇ ਹਨ ਸਵਰਗ ਦੀ ਰਚਨਾ ਬੜੀ ਵਿਚਿੱਤਰ ਦੇਖੀ ਹੈ। ਬੜੇ ਹੀ ਆਨੰਦਮਈ ਮਹਿਲ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਉਹ ਨਜ਼ਾਰਾ ਜਿਹੜਾ ਸੀ ਨਾ, ਉਸ ਪੀਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਿਖਾ ਰਹੇ ਹਨ। ਪੀਰ ਮਤੀ ਬਿਸਮਾਏ ਬਸ਼ੇਖੀ। ਕਹਿੰਦੇ ਪੀਰ ਦੀ ਮਤੀ ਜਿਹੜੀ ਸੀ ਨਾ, ਉਹ ਵੇਖ ਵੇਖ ਕੇ ਹੈਰਾਨ ਹੋ ਰਹੀ। ਉਹਨੇ ਇੱਦਾਂ ਦੇ ਮਕਾਨ ਵੇਖੇ ਹੀ ਨਹੀਂ ਸੀ। ਸੋਨੇ ਦੇ ਮਹਿਲ, ਸਰੋਵਰ, ਬੌਲੀਆਂ, ਖੂਹ, ਤਲਾਬ, ਝਰਨੇ ਚੱਲ ਰਹੇ, ਕਿਤੇ ਪੰਛੀ ਮੋਰਾਂ ਨੇ ਪੈਲਾਂ ਪਾਈਆਂ, ਕਿਤੇ ਕੋਇਲਾਂ ਕੂਕਦੀਆਂ। ਸਵਰਗ ਦੇ ਨਜ਼ਾਰੇ ਹੀ ਵੱਖਰੇ ਆ। ਉਹ ਜਦੋਂ ਪੀਰ ਨੂੰ ਦਿਖਾਏ ਹਨ, ਕਿਤਕ ਦੂਰ ਗਮਨਤ ਨੇ ਹੇਰਾ। ਕਹਿੰਦੇ ਉਹ ਇੱਦਾਂ ਮਹਾਰਾਜ ਨੂੰ ਲਈ ਫਿਰਦੇ ਆ, ਆਹ ਵੇਖ ਬਈ, ਆਹ ਸਵਰਗ ਹੈ, ਆਹ ਸਵਰਗ ਹੈ, ਆਹ ਸਵਰਗ ਹੈ। ਸਾਧ ਸੰਗਤ ਜੀ, ਸਾਡੇ ਵਰਗੇ ਤੇ ਆਪਾਂ ਇਸੇ ਦੁਨੀਆ ਨੂੰ ਮੰਨੀ ਬੈਠੇ ਆ ਵੀ ਆਹ ਹੀ ਦੁਨੀਆ ਹੈ, ਬਸ ਇਹ ਤੋਂ ਪਰੇ ਕੁਛ ਹੈ ਹੀ ਨਹੀਂ। ਅੱਜ ਕੱਲ੍ਹ ਕਹਿੰਦੇ ਵੀ ਗੁਰਦੁਆਰਿਆਂ 'ਚ ਵੀ ਕਥਾ ਵਾਲੇ ਵੀ ਕਹੀ ਜਾਂਦੇ ਬਸ ਇਹੀ ਹੈ ਜੀ, ਹੋ ਗਿਆ, ਇਸ ਤੋਂ ਅੱਗੇ ਕੁਛ ਨਹੀਂ ਗਾ। ਪਰ ਗੁਰਬਾਣੀ ਪੜ੍ਹ ਲਓ। ਗੁਰਬਾਣੀ 'ਚ ਮਹਾਰਾਜ ਨੇ ਤਿੱਥਾ ਲੋ ਲੋ ਆਕਾਰ ਬੇਅੰਤੀ ਖੇਡਾਂ ਦੱਸੀਆਂ ਹੋਈਆਂ। ਆ ਪਿੱਛੇ ਜੀ ਇੱਕ ਰਸ਼ੀਆ 'ਚ ਬੱਚਾ ਜੰਮਿਆ, ਕਹਿੰਦਾ ਮੈਂ ਮੰਗਲ ਗ੍ਰਹਿ ਤੋਂ ਆਇਆ ਗੋਰਾ। ਹਾਲਾਂਕਿ ਉਹ ਪੁਨਰ ਜਨਮ ਨੂੰ ਨਹੀਂ ਮੰਨਦੇ। ਕਹਿੰਦਾ ਮੇਰਾ ਪਿਛਲਾ ਜਨਮ ਮੰਗਲ 'ਤੇ ਸੀ, ਹੁਣ ਮੇਰਾ ਜਨਮ ਧਰਤੀ 'ਤੇ। ਉੱਥੋਂ ਦੀਆਂ ਬੜੀਆਂ ਗੱਲਾਂ ਦੱਸ ਰਿਹਾ ਉਹ ਬੱਚਾ। ਹੁਣ 18-19 ਸਾਲ ਦਾ ਹੋ ਗਿਆ ਗੋਰਾ। ਉਹਦੇ ਤੁਸੀਂ YouTube 'ਤੇ ਸਰਚ ਕਰ ਲਓ, ਸਾਰਾ ਦੱਸਦਾ ਉਸ ਮੰਡਲ ਦੀਆਂ। ਇਸ ਤੋਂ ਪਰੇ ਬਹੁਤ ਕੁਛ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਹਿਬ। ਦੱਸਿਆ ਨਹੀਂ ਜਾ ਸਕਦਾ। ਅਸੀਂ ਕੀ ਦਾ ਗੁਰੂ ਨਾਨਕ ਸਾਹਿਬ ਸਵਰਗ ਪੀਰ ਦਸਤਗੀਰ ਦੇ ਬੇਟੇ ਨੂੰ ਲੈ ਹੀ ਗਏ ਸੀ ਨਾ। ਪਾਤਾਲਾਂ ਆਕਾਸ਼ ਲਖ ਅੱਖ ਫੁਰ ਗਏ ਸਭ ਦਿਖਲਾਈ। ਭਾਈ ਗੁਰਦਾਸ ਦੀ ਬਾਣੀ ਪੜ੍ਹ ਲਓ। ਤੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਉਸ ਪੀਰ ਨੂੰ ਨਾਲ ਲੈ ਗਏ ਤੇ ਸਵਰਗ ਦੀਆਂ ਬਿਲਡਿੰਗਾਂ, ਸੋਹਣੇ ਸੋਹਣੇ ਮਹਿਲ ਦਿਖਾ ਰਹੇ ਹਨ। ਘਰ ਕੰਚਨ ਕੋ ਜਟਤ ਬਡੇਰਾ। ਕਹਿੰਦੇ ਸੋਨੇ ਦੇ ਮਹਿਲ, ਸੋਨੇ ਦੇ ਗੁੰਬਜ, ਸੋਨੇ ਦਾ ਇੱਕ ਮਹਿਲ ਬੜਾ ਆਲੀਸ਼ਾਨ ਵੇਖਿਆ ਹੈ। ਰੇਸ਼ਮ ਡੋਰ ਵਿੱਚ ਲਰਕਾਈ। ਉਹਦੇ 'ਚ ਰੇਸ਼ਮ ਦੀਆਂ ਡੋਰਾਂ ਲਟਕਦੀਆਂ ਨੇ, ਉੱਤੇ ਚਾਨਣੀਆਂ ਸੋਹਣੀਆਂ ਲੱਗੀਆਂ ਹੋਈਆਂ, ਬੜੀਆਂ ਸੁੰਦਰ। ਜਰੀਦਾਰ ਗੁੰਫੇ ਛਬ ਛਾਈ। ਤੇ ਚਾਨਣੀਆਂ ਨੂੰ ਜਰੀਦਾਰ ਗੁੱਛੇ ਲੱਗੇ ਹੋਏ ਨੇ, ਬੜੇ ਸੋਹਣੇ। ਰੁਚਰ ਪ੍ਰਿਅੰਕ ਸੋ ਚਾਮੀ ਕਰ ਕੋ। ਬੜਾ ਸੋਹਣਾ ਸੋਨੇ ਦਾ ਪਲੰਗ ਹੈ। ਸੋਨੇ ਦੇ ਪਲੰਗ ਦੇ ਉੱਤੇ ਚੌਂਦਸ਼ ਮੁਕਤਾ ਝਾਲਰ ਬਰਲ ਕੋ। ਕਹਿੰਦੇ ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਆਲੇ ਦੁਆਲੇ। ਸੋਨੇ ਦਾ ਪਲੰਗ ਹੈ, ਬਿਸਤਰਾ ਬੜਾ ਸੋਹਣਾ ਉੱਤੇ ਲੱਗਾ ਹੋਇਆ ਤੇ ਆਲੇ ਦੁਆਲੇ ਮੋਤੀਆਂ ਦੀਆਂ ਝਾਲਰਾਂ ਨੇ, ਉੱਤੇ ਚੰਦੋਏ ਲੱਗੇ ਹੋਏ ਨੇ। ਮ੍ਰਿਦਲ ਸੇਜ ਪੈ ਫੇਨ ਸਮਾਨਾ। ਤੇ ਕਹਿੰਦੇ ਜਿਵੇਂ ਝੱਗ ਨਹੀਂ ਹੁੰਦੀ, ਝੱਗ ਇੱਦਾਂ ਦੀ ਕਹਿੰਦੇ ਸੋਹਣੀ ਜੀ ਉਹ ਗੱਦਾ ਹੈ, ਬੈੱਡ ਹੈ, ਜਿਹਦੇ ਉੱਤੇ ਬੰਦਾ ਬੈਠੇ ਨਾ ਤੇ ਉਹਨੂੰ ਝੂਟੇ ਆਉਂਦੇ ਆ। ਇੱਦਾਂ ਦਾ ਸੋਹਣਾ ਸੁਖਦਾਈ ਪਲੰਗ ਹੈ। ਆਸ ਤਰਨ ਸਹਜਾ ਉਪਧਾਨਾ। ਕਹਿੰਦੇ ਬੜਾ ਸੋਹਣਾ ਸੁੰਦਰ ਬਿਸਤਰਾ ਤੇ ਬੜਾ ਹੀ ਸੋਹਣਾ ਉੱਤੇ ਸਰਾਣਾ ਰੱਖਿਆ ਹੋਇਆ। ਇਸ ਪਰ ਬੈਠੇ ਪੁਰਖ ਸੁਹਾਈ। ਉਹਦੇ ਉੱਤੇ ਇੱਕ ਬੰਦਾ ਬੈਠਾ ਹੋਇਆ, ਬੜੇ ਆਨੰਦ ਦੇ ਨਾਲ, ਮੌਜ ਦੇ ਨਾਲ ਉਹ ਬੰਦਾ ਬੈਠਾ ਹੋਇਆ। ਚੰਦਰਮੁਖੀ ਕਰ ਡੋਰ ਚਲਾਈ। ਤੇ ਚੰਦਰਮਾ ਵਰਗੇ ਮੁਖੜੇ ਵਾਲੀਆਂ ਸੁੰਦਰ ਇਸਤਰੀਆਂ ਉਹਨੂੰ ਪੱਖਾ ਝੱਲ ਰਹੀਆਂ ਨੇ। ਕੋਈ ਉਹਦੇ ਚੌਰ ਕਰ ਰਹੀਆਂ ਨੇ, ਕੋਈ ਉਹਨੂੰ ਸ਼ਰਬਤ ਪਿਆ ਰਹੀਆਂ ਨੇ, ਕੋਈ ਉਹਦੀ ਮੁੱਠੀ ਚਾਪੀ ਕਰ ਰਹੀਆਂ ਨੇ। ਆਲੇ ਦੁਆਲੇ ਕਹਿੰਦੇ ਬੜੀਆਂ ਬੜੀਆਂ ਅਪਸਰਾਵਾਂ ਸਵਰਗ ਦੀਆਂ ਸੁੰਦਰੀਆਂ ਉਹਦੇ ਸੇਵਾ ਵਿੱਚ ਹਾਜ਼ਰ ਹਨ। ਤਿਸ ਕੋ ਸ੍ਰੀ ਗੁਰ ਬੂਝਨ ਕੀਨਾ। ਤੇ ਗੁਰੂ ਤੇਗ ਬਹਾਦਰ ਸਾਹਿਬ ਉਹ ਪੀਰ ਨੂੰ ਲੈ ਕੇ ਉਹਦੇ ਕੋਲ ਖੜ ਗਏ ਸਵਰਗ ਦੇ ਵਿੱਚ। ਉਸ ਬੰਦੇ ਨੂੰ ਪੁੱਛਦੇ ਹਨ, ਕੋ ਸੁਭ ਕਰਮ ਦਾਨ ਕੋ ਦੀਨਾ। ਹਾਂ ਵੀ ਸੱਜਣਾ, ਆ ਸਾਡੇ ਪੀਰ ਜੀ ਨੂੰ ਦੱਸ ਹੁਣ ਤੂੰ ਵੀ ਤੂੰ ਕਿਹੜੇ ਸ਼ੁਭ ਕਰਮ ਕੀਤੇ ਆ, ਤੂੰ ਕਿਹੜਾ ਦਾਨ ਪੁੰਨ ਕੀਤਾ ਜਿਹੜਾ ਤੈਨੂੰ ਸਵਰਗ ਮਿਲ ਗਿਆ ਹੈ। ਜਿਸ ਤੇ ਅਸ ਸੁਖ ਪ੍ਰਾਪਤ ਭਇਓ। ਵੀ ਆ ਤੈਨੂੰ ਸਵਰਗਾਂ ਦੇ ਝੂਟੇ ਆ ਰਹੇ, ਤੂੰ ਸਵਰਗਾਂ 'ਚ ਬੈਠਾ ਹੈ, ਇੰਨਾ ਆਨੰਦ ਬੈਠਾ, ਤੇਰੇ ਆਲੇ ਦੁਆਲੇ ਸੋਨੇ ਦਾ ਮਹਿਲ ਹੈ ਤੇ ਸੋਹਣੇ ਪਲੰਗ ਨੇ, ਸੁੰਦਰ ਇਸਤਰੀਆਂ ਨੇ, ਤੇਰੇ ਖਾਣ ਪੀਣ ਦੇ ਸਭੇ ਪਦਾਰਥ ਤੇਰੇ ਚਰਨਾਂ 'ਚ ਹਾਜ਼ਰ ਨੇ। ਇਹ ਤੈਨੂੰ ਸਵਰਗ ਕਿੱਥੋਂ ਮਿਲਿਆ, ਕਿਉਂ ਮਿਲਿਆ? ਤਾਂ ਉਸ ਬੰਦੇ ਨੇ ਅੱਗੋਂ ਜਵਾਬ ਕੀ ਦਿੱਤਾ?
ਸੋ ਤੁਮ ਕਹੋ ਜਥਾ ਬਿਦ ਕੇਉ ਕਹਿੰਦੇ ਜਿਵੇਂ ਵੀ ਤੇਰੇ ਨਾਲ ਬੀਤੀ ਨਾ ਸਾਰੀ ਸੁਣਾ ਬਾਈ। ਸੁਨਤ ਪੁਰਖ ਨੇ ਕਰ ਔਰ ਗਾਇਤ ਉਸ ਬੰਦੇ ਨੇ ਜਿਹੜਾ ਸਵਰਗਾਂ 'ਚ ਬੈਠਾ ਸੁੱਖ ਭੋਗ ਰਿਹਾ ਸੀ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਵਾਲ ਸੁਣ ਕੇ ਹੱਥ ਜੋੜ ਲਏ। ਆਪਣੋ ਉਚਰਤ ਭਇਓ ਬ੍ਰਿਤਾਂਤ ਉਹ ਪੁਰਸ਼ ਕਹਿਣ ਲੱਗਾ, ਪੂਰਬ ਜਨਮ ਸ਼ੇਰ ਕੋ ਮੇਰਾ। ਸਤਿਗੁਰੂ ਜੀ, ਮੈਂ ਪਿਛਲੇ ਜਨਮ 'ਚ ਬੱਬਰ ਸ਼ੇਰ ਸੀਗਾ, ਜੰਗਲ 'ਚ ਰਹਿੰਦਾ ਸੀ ਮੈਂ, ਸ਼ੇਰ ਦੀ ਜੂਨ ਸੀ ਮੇਰੀ। ਜੂਨ ਤਾਮਸੇ ਅਗੀ ਬਡੇਰਾ ਕੰਮ ਸੀ, ਜੂਨ ਸੀ। ਮੈਂ ਰੋਜ਼ 2-4 ਜੀਵ ਮਾਰਦਾ ਸੀ, 2-4 ਜੀਵਾਂ ਦਾ ਖੂਨ ਪੀਂਦਾ ਸੀ, 2-4 ਜੀਆਂ ਦਾ ਮਾਸ ਖਾਂਦਾ ਸੀ ਮੈਂ। ਏਕ ਸਥਾਨ ਕਰਤ ਮੈਂ ਬਾਸਾ ਮੈਂ ਜੰਗਲ 'ਚ ਇੱਕ ਥਾਂ ਤੇ ਰਹਿੰਦਾ ਸੀ, ਝਿੜੇ ਦੇ ਵਿੱਚ। ਅਲਪ ਮਹੀਰੋ ਤਰਾ ਨਿਵਾਸਾ ਉੱਥੇ ਝਾੜੀਆਂ ਸੀਗੀਆਂ, ਨਿੱਕੀਆਂ ਨਿੱਕੇ ਦਰਖਤ ਜਿਹਨੂੰ ਕਹਿੰਦੇ ਆ ਨਾ, ਉਹ ਇਦਾਂ ਬਣੇ ਹੁੰਦੇ ਨੇ, ਤੇ ਉਹਦੇ ਵਿੱਚ ਜਾ ਕੇ ਗੁਫਾ ਜੀ ਬਣੀ ਹੋਈ ਸੀ ਮੇਰੀ, ਸ਼ੇਰ ਦੀ ਗੁਫਾ। ਮੈਂ ਉਹਦੇ ਵਿੱਚ ਰਹਿੰਦਾ ਸੀ। ਬੜਾ ਹੀ ਸਕੋ ਸੰਗਨ ਘਨੋ ਈਸ ਦੇ ਦਰਖਤ ਸੀਗੇ ਸੰਘਣੇ ਸੰਘਣੇ, ਤੇ ਉਹ ਝਿੜਾ ਜਿਹਾ ਬਣਿਆ ਹੋਇਆ ਸੀ, ਉਹਦੇ ਵਿੱਚ ਹੋਰ ਕੋਈ ਵੜ ਨਹੀਂ ਸੀ ਸਕਦਾ। ਮੇਰਾ ਉੱਥੇ ਟਿਕਾਣਾ ਸੀ, ਮੈਂ ਆਰਾਮ ਨਾਲ ਉੱਥੇ ਗਰਮੀ ਸਰਦੀ ਕੱਟ ਲੈਂਦਾ ਸੀ। ਮਾਨਕ ਸਦਨ ਬਨਾਇਓ ਮਨੋ ਇਦਾਂ ਦਾ ਬਣਿਆ ਸੀ ਜਿਵੇਂ ਕਿਸੇ ਬੰਦੇ ਨੇ ਆਪਣਾ ਘਰ ਬਣਾਇਆ ਹੁੰਦਾ। ਉਹ ਕੁਦਰਤ ਨੇ ਮੇਰੇ ਵਾਸਤੇ ਬਣਾਇਆ ਹੋਇਆ ਸੀ, ਤੇ ਮੈਂ ਉਸ ਝਿੜੇ ਦੇ ਵਿੱਚ ਗੁਜ਼ਾਰਾ ਕਰਦਾ ਸੀ। ਪਾਣੀ ਪੌਣ ਛਵੈ ਨਹਿ ਜਹਾਂ ਉਹ ਇਹੋ ਜਿਹਾ ਬਣਿਆ ਸੀ ਵੀ ਉੱਤੇ ਪਾਣੀ ਵੀ ਨਹੀਂ ਸੀ, ਮੀਂਹ ਪੈਂਦਾ ਸੀ ਤੇ ਅੰਦਰ ਪਾਣੀ ਨਹੀਂ ਸੀ ਆਉਂਦਾ, ਤੇ ਜੇ ਹਵਾ ਤੂਫਾਨ ਆਉਂਦੀ ਸੀ ਤੇ ਠੰਡ ਨਹੀਂ ਸੀ ਲੱਗਦੀ। ਅੰਦਰ ਜਾ ਕੇ ਅਸੀਂ, ਬੜਾ ਗੁਫਾ ਬਣੀ ਹੋਈ ਸੀ ਸ਼ੇਰ ਦੀ ਗੁਫਾ। ਆਮ ਤਾਂ ਆਪਾਂ ਸੁਣੀ ਹੈ, ਸ਼ੇਰ ਟਿਕਾਣਾ ਹੀ ਉੱਥੇ ਕਰਦਾ ਜਿੱਥੇ ਉਹਨੂੰ ਨਾ ਠੰਡ ਲੱਗੇ ਤੇ ਨਾ ਉਹਨੂੰ ਮੀਂਹ ਕਣੀ ਤੋਂ ਵੀ ਉਹਦਾ ਬਚਾਅ ਹੋਵੇ। ਤੋ ਕਹਿੰਦਾ ਮੇਰੀ ਇਹੋ ਜੀ ਗੁਫਾ ਬਣੀ ਹੋਈ ਸੀ। ਨਿਸ ਮੈਂ ਬਸੋਂ ਜਾਏ ਕਰ ਤਹਾਂ ਮੈਂ ਰਾਤ ਨੂੰ ਉਸ ਗੁਫਾ ਵਿੱਚ ਸੌਂ ਜਾਂਦਾ ਸੀ ਜਾ ਕੇ। ਏਕ ਦਿਵਸ ਮੈਂ ਗਮਨਿਓ ਬਾਹਰ ਇੱਕ ਦਿਨ ਦੀ ਗੱਲ ਹੈ ਗੁਰੂ ਜੀ, ਮੈਂ ਸ਼ਿਕਾਰ ਲੱਭਣ ਬਾਹਰ ਚਲਾ ਗਿਆ। ਹਿਤ ਹਰ ਜੀਵਨ ਹਤ ਜਾਹਰ ਮੈਂ ਜਾ ਕੇ ਬਾਹਰ ਕਿਸੇ ਜਾਨਵਰ ਦਾ ਸ਼ਿਕਾਰ ਕੀਤਾ। ਵਿਚਰਤ ਬਨ ਮਹਿ ਮ੍ਰਿਗ ਕੋ ਮਾਰਿਓ ਕਿਤੇ ਮੈਨੂੰ ਹਿਰਨ ਮਿਲ ਗਿਆ ਤੇ ਮੈਂ ਮਾਰ ਲਿਆ ਜੰਗਲ ਵਿੱਚ, ਤ੍ਰਿਪਤ ਹੋਏ ਮਗ ਸਦਨ ਸਿਧਾਰਿਓ ਤੇ ਬੜੇ ਆਰਾਮ ਨਾਲ ਮੈਂ ਹਿਰਨ ਦਾ ਮਾਸ ਖਾਧਾ, ਖੂਨ ਪੀਤਾ, ਰੱਜ ਕੇ ਮੈਂ ਆਪਣੇ ਵਾਪਸ ਘਰ ਨੂੰ ਮੁੜ ਪਿਆ। ਚਲੀ ਬਾਉ ਕਨ ਕੀ ਕਟ ਆਈ ਪਰ ਜਦੋਂ ਮੈਂ ਘਰ ਆ ਰਿਹਾ ਸੀ ਨਾ, ਉਸ ਵੇਲੇ ਤੇਜ਼ ਹਵਾਵਾਂ ਚੱਲਣ ਲੱਗ ਪਈਆਂ। ਧੂਲ ਉਡੀ ਦ੍ਰਿਸ਼ਟੀ ਤਮ ਛਾਈ ਇੰਨੀ ਹਨੇਰੀ ਆਈ ਪਹਿਲਾਂ ਕਿ ਮਿੱਟੀ ਘੱਟਾ ਉੱਡ ਕੇ ਅੱਖਾਂ 'ਚ ਪੈ ਗਿਆ, ਰਸਤਾ ਦਿਸਣੋਂ ਹਟ ਗਿਆ। ਪੰਥੀ ਦੋਏ ਤਹਾਂ ਰੁਕ ਗਏ ਉਸ ਵੇਲੇ ਕੀ ਹੋਇਆ ਵੀ ਦੋ ਕੋਈ ਆਦਮੀ ਜੰਗਲ 'ਚੋਂ ਲੰਘ ਰਹੇ ਸੀਗੇ। ਉਹ ਮਿੱਟੀ ਘੱਟੇ ਤੋਂ ਤੇ ਬਰਸਾਤ ਤੋਂ ਹਨੇਰੀ ਤੋਂ ਬਚਣ ਵਾਸਤੇ ਮੇਰੀ ਗੁਫਾ 'ਚ ਵੜ ਗਏ ਕਾਹਲੀ ਦੇ ਨਾਲ। ਹਾਂਜੀ, ਕਿਤੋਂ ਆਸਰੋ ਪਿਖਤ ਨ ਭਏ ਉਹਨਾਂ ਨੂੰ ਹੋਰ ਕਿਤੇ ਕੋਈ ਆਸਰਾ ਨਾ ਮਿਲਿਆ, ਤੇ ਵਿਚਾਰੇ ਆਪਣੀ ਜਾਨ ਬਚਾਉਣ ਲਈ, ਮੀਂਹ ਕਣੀ ਤੋਂ ਬਚਾਉਣ ਲਈ, ਠੰਡ ਤੋਂ ਬਚਣ ਲਈ, ਹਨੇਰੀ ਤੋਂ ਬਚਣ ਲਈ, ਉਹਨਾਂ ਨੂੰ ਜੋ ਲੱਭਿਆ ਉੱਥੇ ਵੜ ਗਏ। ਉਹ ਭੱਜ ਕੇ ਗੁਫਾ 'ਚ ਵੜ ਗਏ ਮੇਰੀ ਵਿੱਚ। ਇਤ ਉਤ ਵਿਚਰਤ ਜੋ ਕਰ ਮੇਰਾ ਕਹਿੰਦੇ ਉਹ ਇੱਧਰ ਉੱਧਰ ਵਿਚਰਦੇ, ਉਹਨਾਂ ਨੂੰ ਮੇਰਾ ਘਰ ਹੀ ਲੱਭਿਆ। ਦੇਖਿਓ ਕੀਨਸ ਦੌਰ ਬਸੇਰਾ ਉਹਨਾਂ ਨੇ ਦੌੜ ਕੇ ਉੱਥੇ ਆਸਣ ਲਾ ਲਿਆ। ਅਪਰ ਅਲੰਬ ਨਹੀਂ ਟਿਕ ਕੋਈ ਹੋਰ ਕੋਈ ਆਸਰਾ ਨਹੀਂ ਸੀ ਉੱਥੇ, ਕਰਕਾ ਕੀ ਬਰਖਾ ਬਹੁ ਜੋਈ ਕਿਉਂਕਿ ਗੜੇ ਪੈ ਰਹੇ ਸਨ। ਗੜਿਆਂ ਦੇ ਵਿੱਚ ਬੰਦਾ ਹਰ ਕੋਈ ਸਿਰ ਦਾ ਬਚਾਅ ਕਰਦਾ ਹੀ ਹੈ, ਠੰਡ ਹੋ ਜਾਂਦੀ ਹੈ, ਤੇ ਗੜੇ ਵੱਜਦੇ ਬੜੇ ਬੁਰੇ ਸਿਰ ਵਿੱਚ ਆ ਕੇ। ਔਲਿਆਂ ਤੋਂ ਗੜਿਆਂ ਤੋਂ ਬਚਣ ਲਈ ਉਹ ਮੇਰੀ ਗੁਫਾ ਵਿੱਚ ਵੜ ਗਏ। ਬੈਠ ਤਨੋ ਨੇ ਜਾਨੀ ਹੇਰ ਫਿਰ ਸਤਿਗੁਰੂ ਜੀ, ਫਿਰ ਜਦੋਂ ਉਹ ਬੰਦੇ ਮੇਰੀ ਗੁਫਾ 'ਚ ਬਹਿ ਗਏ ਤੇ ਉਹਨਾਂ ਨੇ ਅੰਦਰ ਵੜ ਕੇ, ਫਿਰ ਉਹਨਾਂ ਨੂੰ ਪਤਾ ਆਇਆ ਵੀ ਅਸੀਂ ਕਿੱਥੇ ਵੜ ਗਏ ਆ। ਇਹ ਸਥਾਨ ਬਾਸੋ ਬੜ ਛੇਰ ਜਦੋਂ ਅੰਦਰੋਂ ਮੁਸ਼ਕ ਆਈ ਨਾ, ਉਹਨਾਂ ਨੂੰ ਇਦਾਂ ਲੱਗਾ ਵੀ ਇਹਦੇ ਸ਼ੇਰ ਦੀ ਗੁਫਾ ਹੈ। ਅਸ ਨਾ ਹੋਏ ਅਬ ਚੱਲ ਸੋ ਆਵੈ ਉਹ ਵਿਚਾਰੇ ਡਰ ਗਏ ਵੀ ਕਿਤੇ ਸ਼ੇਰ ਹੀ ਨਾ ਆ ਜਾਵੇ ਤੇ ਸਾਨੂੰ ਖਾ ਨਾ ਜਾਵੇ। ਹਤ ਹੈ ਹਮ ਹੈ ਦੋਹਨ ਕੋ ਖਾਵੈ ਉਹ ਆਪਸ 'ਚ ਗੱਲਾਂ ਕਰ ਰਹੇ ਸੀ ਵੀ ਜੇ ਸ਼ੇਰ ਆ ਗਿਆ ਤੇ ਆਪਾਂ ਨੂੰ ਦੋਵਾਂ ਨੂੰ ਮਾਰ ਕੇ ਖਾ ਲੇਗਾ। ਕਰਕਾ ਬਰਖਤ ਮੈਂ ਤਬ ਆਇਓ ਇੰਨੇ ਨੂੰ ਗੜੇ ਪੈਂਦਿਆਂ 'ਚ ਮੈਂ ਵੀ ਆ ਗਿਆ। ਬੋਲ ਨਰਨ ਕੋ ਢਿਗ ਸੁਣ ਪਾਇਓ ਤੇ ਕਹਿੰਦੇ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣੀ ਵੀ ਮੇਰੀ ਗੁਫਾ 'ਚ ਬੰਦੇ ਬੋਲਦੇ ਹਨ, ਜਾਣਿਓ ਮਨੁਜ ਅਹੈ ਕਰ ਮਾਹੇ ਮੈਂ ਇਹ ਸੋਚਿਆ ਵੀ ਮੇਰੇ ਘਰ ਵਿੱਚ ਬੰਦੇ ਆਏ ਹਨ। ਆਗੇ ਗਮਨ ਕੀਨ ਤਬ ਨਾਹੇ ਮੈਂ ਉੱਥੇ ਹੀ ਰੁਕ ਗਿਆ, ਆਪਣੇ ਪੈਰ ਉੱਥੇ ਹੀ ਕੰਟਰੋਲ ਕਰ ਲਏ, ਆਪਣੀ ਚਾਲ ਰੋਕ ਲਈ। ਮੇਰੇ ਅਤਿਥ ਭਏ ਇਹ ਆਏ ਮੈਂ ਸੋਚਿਆ ਵੀ ਇਹ ਮੇਰੀ ਗੁਫਾ 'ਚ ਆਏ ਨੇ ਤੇ ਮੇਰੇ ਪ੍ਰਾਹੁਣੇ ਨੇ,
ਮੇਰੇ ਘਰ ਮਹਿਮਾਨ ਆਏ ਨੇ, ਗੈਸਟ ਆਏ ਨੇ, ਰੈਣ ਬਸੇਰਾ ਕਰ ਸੁਖ ਪਾਏ। ਇਹਨਾਂ ਵਿਚਾਰਿਆਂ ਨੇ ਰਾਤ ਕੱਟਣੀ ਹੈ, ਠੰਡ ਦੇ ਵਿੱਚ ਬਾਹਰ ਜਾਣਗੇ ਤਾਂ ਤੰਗ ਹੋਣਗੇ। ਇਮਤੇ ਪਰੇ ਧਰਮ ਨਹਿ ਔਰ। ਇਸ ਤੋਂ ਵੱਡਾ ਕੋਈ ਧਰਮ ਨਹੀਂ ਵੀ ਘਰ ਆਏ ਗਏ ਨੂੰ ਉਹਦੀ ਕੋਈ ਨਾ ਕੋਈ ਹੈਲਪ ਕਰੀਏ, ਉਹਨੂੰ ਸਹਾਇਤਾ ਦਈਏ। ਅਭਿਆਗਤ ਕੋ ਦੇ ਸੁਖ ਠੌਰ। ਆਏ ਹੋਏ ਨੂੰ ਮੰਜਾ ਬਿਸਤਰਾ ਦੇਣਾ, ਰੋਟੀ ਦੇਣੀ ਗ੍ਰਸਤੀ ਦਾ ਧਰਮ ਹੈ। ਪੂਰਬ ਕਿਸੇ ਪੁੰਨ ਤੇ ਮੋਹੀ। ਉਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮੇਰਾ ਕੋਈ ਪੂਰਬਲਾ ਚੰਗਾ ਕੰਮ ਸੀ ਵੀ ਉਹ ਸੋਝੀ ਮੈਨੂੰ ਉਸ ਟਾਈਮ ਆ ਗਈ। ਕੋਈ ਪੂਰਬਲੇ ਚੰਗੇ ਕੰਮ ਦਾ ਹੀ ਫਲ ਵੀ ਸੋਝੀ ਆਉਂਦੀ। ਸੋਝੀ ਵੀ ਹਰ ਇੱਕ ਨੂੰ ਨਹੀਂ ਆਉਂਦੀ। ਸੋਝੀ ਆ ਗਈ ਵੀ ਮੇਰੇ ਘਰ ਆਏ ਨੇ ਤੇ ਮੈਂ ਇਹਨਾਂ ਦੀ ਸੇਵਾ ਕਰਾਂ। ਇਸ ਪ੍ਰਕਾਰ ਮਤ ਉਰ ਮਹਿ ਹੋਹੀ। ਇਸ ਤਰ੍ਹਾਂ ਦੀ ਮਤ ਮੇਰੇ ਮਨ ਵਿੱਚ ਆ ਗਈ ਕਰੋ ਰਹਿਓ ਮੈਂ ਬਾਹਰ ਤਬੈ। ਤੇ ਮੈਂ ਉਸ ਗੁਫਾ ਦੇ ਬਾਹਰ ਖੜਾ ਰਿਹਾ। ਔਰੇ ਸਹੇ ਗਾਤ ਪਰ ਸਬੈ। ਉਹ ਜਿੰਨੇ ਔਲੇ ਪੈ ਰਹੇ ਸੀ ਨਾ ਗੜੇ, ਉਹ ਮੈਂ ਆਪਣੇ ਸਰੀਰ ਤੇ ਸਹਿ ਲਏ ਵੀ ਮੈਂ ਜੇ ਗੁਫਾ 'ਚ ਵੜਾਂਗਾ ਤੇ ਉਹ ਬੰਦੇ ਦੌੜ ਜਾਣਗੇ, ਉਹ ਵਿਚਾਰੇ ਜਾਣਗੇ ਤੇ ਉਹ ਠੰਡ ਦੇ 'ਚ ਮਰ ਜਾਣਗੇ। ਮੈਂ ਇਹ ਸੋਚਿਆ ਵੀ ਮੇਰੇ ਘਰ ਆਏ ਨੇ ਤੇ ਮੈਂ ਆਪ ਤਕਲੀਫ ਸਹਿ ਲਾਂਗਾ, ਪਰ ਘਰ ਆਇਆਂ ਨੂੰ ਤਕਲੀਫ ਨਹੀਂ ਦਿਆਂਗਾ। ਇਸ ਤਰ੍ਹਾਂ ਮੈਂ ਬਾਹਰ ਹੀ ਰਾਤ ਕੱਟ ਲਈ। ਡਰਤ ਸੁਪੰਥੀ ਬਾਸੇ ਘਰ ਮਹਿ। ਉਹ ਵਿਚਾਰੇ ਡਰਦੇ ਡਰਦੇ ਰਾਤ ਸਾਰੀ ਮੀਂਹ ਪੈਂਦਾ ਰਿਹਾ, ਗੜੇ ਪੈਂਦੇ ਰਹੇ, ਉਹ ਅੰਦਰ ਬੈਠੇ ਰਹੇ ਡਰਦੇ ਮੇਰੇ ਤੋਂ। ਤੇ ਮੈਂ ਇਹ ਗੱਲ ਤੋਂ ਵੀ ਉਹ ਮੇਰੇ ਅੰਦਰ ਜਾਣ ਨਾਲ ਕਿਤੇ ਦੁਖੀ ਨਾ ਹੋਣ, ਮੈਂ ਬਾਹਰ ਖੜਾ ਰਿਹਾ। ਸੁਖ ਸੋਂ ਬਿਤੀ ਜਾਮਨੀ ਤਿਨ ਕਹਿ। ਫਿਰ ਵੀ ਉਹਨਾਂ ਦੀ ਰਾਤ ਮੇਰੇ ਨਾਲੋਂ ਸੁਖੀ ਬੀਤ ਗਈ। ਮੇਰੇ ਘਰ ਉਹਨਾਂ ਨੇ ਠੰਡ ਤੋਂ ਤਾਂ ਬਚ ਗਏ, ਗੜਿਆਂ ਤੋਂ ਬਚ ਗਏ, ਮੀਂਹ ਤੋਂ ਬਚ ਗਏ। ਦੇਖਤ ਰਹੇ ਬਹਿਰ ਦਿਸ਼ ਦੋ। ਤੇ ਬਾਹਰ ਦੇਖਦੇ ਰਹੇ ਵੀ ਸ਼ੇਰ ਆਇਆ, ਸ਼ੇਰ ਆਇਆ। ਉਹਨਾਂ ਨੂੰ ਨੀਂਦ ਵੀ ਨਹੀਂ ਆਈ, ਡਰਦੇ ਰਹੇ ਉਹ। ਹਾਂਜੀ। ਮਤ ਕੇ ਹਰ ਸੰਗਾਰ ਹੈ ਕੋ। ਮਤਾ ਸ਼ੇਰ ਆ ਕੇ ਸਾਨੂੰ ਖਾ ਜਾਵੇ। ਮੈਂ ਮਨ ਧਰਮ ਜਾਨ ਹਟ ਰਹਿਓ। ਮੈਂ ਆਪਣਾ ਧਰਮ ਸਮਝ ਕੇ ਵੀ ਮੇਰੇ ਘਰ ਆਏ ਨੇ, ਇਹਨਾਂ ਦੀ ਸੇਵਾ ਕਰਨੀ ਹੈ, ਮੈਂ ਬਾਹਰ ਖੜਾ ਰਿਹਾ। ਦੁਖ ਬਰਖਾ ਸਭ ਤਨ ਪਰ ਸਹਿਓ। ਉਹ ਬਰਖਾ ਦਾ ਦੁੱਖ ਮੈਂ ਆਪਣੇ ਤਨ ਤੇ ਸਹਿ ਲਿਆ। ਅਰਧ ਰਾਤ ਲੋ ਬ੍ਰਿਸ਼ਟੀ ਭਈ। ਅੱਧੀ ਰਾਤ ਤੱਕ ਮੀਂਹ ਪੈਂਦਾ ਰਿਹਾ। ਬਿਨਾ ਆਸਰੇ ਮੈਂ ਸਿਰ ਲਈ। ਤੇ ਬਿਨਾਂ ਆਸਰੇ ਦੇ ਉਹ ਸਾਰਾ ਮੀਂਹ ਗੜੇ ਮੈਂ ਆਪਣੇ ਸਰੀਰ ਤੇ ਸਹਿੰਦਾ ਰਿਹਾ। ਪੁਨਹ ਪੌਣ ਗਮਨੀ ਅਤਸੀਰ। ਫਿਰ ਜਦੋਂ ਮੀਂਹ ਤਾਂ ਹਟ ਗਿਆ, ਪਰ ਹਵਾ ਠੰਡੀ ਚੱਲਣ ਲੱਗ ਪਈ, ਠੱਕਾ ਵੱਜਣ ਲੱਗ ਪਿਆ। ਵਿਆਪਿਓ ਸਗਰੇ ਸੀਤ ਸਰੀਰ। ਉਹ ਗੜੇ ਪਏ ਸੀ ਕਿ ਗੜੇ ਜਦੋਂ ਪੈ ਕੇ ਹਟ ਜਾਂਦੇ ਨਾ, ਉਦੋਂ ਬਾਅਦ ਹਵਾ ਸਾਰੀ ਠੰਡੀ ਹੋ ਜਾਂਦੀ ਹੈ। ਬਰਫ਼ ਜਿਵੇਂ ਪੈ ਜਾਂਦੀ, ਆਪਾਂ ਇੱਥੇ ਦੇਖਿਆ ਹੀ ਆ ਸਨੋ ਪੈਂਦੀ, ਤਾਂ ਉੱਦਾਂ ਦਾ ਮਾਹੌਲ ਬਣ ਗਿਆ। ਠੰਡੀ ਹਵਾ ਦੇ ਵਿੱਚ ਰਾਤ 2-2:30 ਵਜੇ ਮੈਨੂੰ ਉਹ ਠੰਡ ਚੜ੍ਹ ਗਈ ਸਰੀਰ ਨੂੰ। ਭੋਰ ਹੋਤ ਮੈਂ ਮਿਰਤਕ ਭੇਉ। ਦਿਨ ਚੜ੍ਹਦੇ ਤੱਕ ਮੈਂ ਠੰਡ ਨਾਲ ਮਰ ਗਿਆ। ਸਿਸਰ ਵਿਸਾਲ ਪ੍ਰਾਨ ਛਟ ਗਇਓ। ਤੇ ਬਹੁਤ ਠੰਡ ਕਰਕੇ ਮੇਰੇ ਪ੍ਰਾਣ ਨਿਕਲ ਗਏ। ਭਈ ਪ੍ਰਾਤ ਸੋ ਸੰਤ ਪ੍ਰਬੀਨਾ। ਪਰ ਜਦੋਂ ਸਵੇਰ ਹੋਈ, ਉਹ ਜਿਹੜੇ ਬੰਦੇ ਮੇਰੀ ਗੁਫਾ 'ਚ ਸਾਧੂ ਬੜੇ ਸੀ, ਨਿਕਸੇ ਮ੍ਰਿਤਕ ਮੋਹਿ ਪਿਖ ਲੀਨਾ। ਉਹਨਾਂ ਨੇ ਮੇਰੇ ਵੱਲ ਵੇਖਿਆ ਵੀ ਇਹ ਵਿਚਾਰਾ ਸ਼ੇਰ ਸਾਡੇ ਵਾਸਤੇ ਮਰ ਗਿਆ ਹੈ। ਕਰਨਾ ਕੀਨ ਜਾਨ ਮਮ ਕਰਮ। ਉਹਨਾਂ ਨੇ ਮੇਰਾ ਕਰਮ ਚੰਗਾ ਸਮਝ ਕੇ ਮੇਰੇ ਤੇ ਕਿਰਪਾ ਕੀਤੀ। ਫਲ ਦੀਨਸ ਅਸ ਜਸ ਅਤ ਧਰਮ। ਉਹਨਾਂ ਨੇ ਮੇਰੀ ਆਤਮਾ ਨੂੰ ਇੱਥੇ ਪਹੁੰਚਾਤਾ। ਇਹ ਮੈਂ ਸਵਰਗਾਂ ਦਾ ਝੂਟਾ ਲੈ ਰਿਹਾ। ਸਿਰਫ ਇੱਕ ਰਾਤ ਮੇਰੇ ਘਰ ਆਏ ਹੋਏ ਅਭਿਆਗਤਾਂ ਦੀ ਮੈਂ ਸੇਵਾ ਕੀਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਤਿਸ ਰਾਤਰੀ ਕਾ ਫਲ ਅਸ ਹੋਵਾ। ਹੇ ਸਤਿਗੁਰੂ ਜੀ, ਇੱਕ ਰਾਤ ਘਰ ਆਇਆਂ ਨੂੰ ਆਰਾਮ ਦਿੱਤਾ, ਆਪ ਕਸ਼ਟ ਸਹਿ ਲਿਆ। ਸਾਧ ਸੰਗਤ ਜੀ, ਸਾਡੇ ਕੋਲ ਤਾਂ ਮਕਾਨਾਂ ਦੀ, ਕੋਠੀਆਂ ਦੀ ਕਮੀ ਕੋਈ ਨਹੀਂ ਹੁੰਦੀ। ਇੱਕ ਘਰ ਦੇ ਵਿੱਚ ਜੀ 3-4 ਹੀ ਹੁੰਦੇ ਆ ਤੇ 7-7 ਕਮਰੇ ਹੁੰਦੇ ਆ। ਫਿਰ ਕੋਈ ਆ ਜਾਵੇ ਤੇ ਨਾ ਜੀ, ਸਾਡੇ ਨਹੀਂ ਇੱਥੇ ਰੱਖਣਾ ਨਹੀਂ ਕਿਸੇ ਬੰਦੇ ਨੂੰ। ਵੀ ਬਾਹਰੋਂ ਕੋਈ ਆਇਆ ਤੇ ਉਹਨੂੰ ਆਪਾਂ ਰੱਖਣਾ ਨਹੀਂ ਤੇ ਰੋਟੀ ਤੇ ਆਪਾਂ ਪੁੱਛਣੀ ਨਹੀਂ। ਤੇ ਫਿਰ ਸਾਡੇ ਮਕਾਨਾਂ ਦਾ, ਸਾਡੀਆਂ ਕੋਠੀਆਂ ਦਾ ਕਿਆ ਫਾਇਦਾ। ਨਹੀਂ, ਇੱਕ ਸ਼ੇਰ ਸਾਡੇ ਨਾਲ ਸਿਆਣਾ, ਇੱਕ ਜੰਗਲੀ ਜਾਨਵਰ ਸਿਆਣਾ ਨਿਕਲਿਆ। ਉਹ ਕਹਿੰਦਾ, ਗੁਰੂ ਜੀ ਮੈਂ ਇੱਕ ਰਾਤ ਜ਼ਿੰਦਗੀ 'ਚ ਇੱਕੋ ਹੀ ਪੁੰਨ ਕੀਤਾ ਸੀ ਤੇ ਆਹ ਸਵਰਗ ਦੇ ਝੂਟੇ ਲੈ ਰਿਹਾ। ਮੈਂ ਸਵਰਗ 'ਚ ਬੈਠਾ ਹਾਂ ਹੁਣ। ਪਹੁੰਚ ਸੁਰਗ ਸਭ ਬਿਦ ਸੁਖ ਜੋਵਾ। ਤੇ ਮੈਂ ਸਵਰਗ ਦੇ ਸੁਖ ਭੋਗ ਰਿਹਾ ਹਾਂ ਹੁਣ। ਅਤਿਥ ਪੂਜਬੇ ਧਰਮ ਮਹਾਨਾ। ਹੇ ਸਤਿਗੁਰੂ ਜੀ, ਅਸਲ ਗੁਰੂ ਸਾਹਿਬ ਦੇ ਜਾਣੇ ਗੁਰੂ ਸਾਹਿਬ ਦੇ ਲੈ ਕੇ ਗਏ ਨੇ। ਉਹ ਪੀਰ ਨੂੰ ਸਮਝਾ ਰਹੇ ਨੇ। ਪੀਰ ਨੂੰ, ਜਿਹੜਾ ਕਹਿੰਦਾ ਸੀ ਵੀ ਤੁਸੀਂ ਇਹ ਅਨੰਦਪੁਰ ਸਾਹਿਬ ਕਿਉਂ ਵਸਾ ਰਹੇ ਹੋ, ਐਡੀਆਂ ਐਡੀਆਂ ਬਿਲਡਿੰਗਾਂ ਕਿਉਂ ਬਣਾ ਰਹੇ ਹੋ, ਉਹਨੂੰ ਗੁਰੂ ਸਾਹਿਬ ਉੱਥੇ ਲੈ ਕੇ ਗਏ ਸਵਰਗ ਦੇ ਵਿੱਚ। ਉਹ ਪੀਰ ਸੁਣ ਰਿਹਾ ਹੁਣ, ਪ੍ਰੈਕਟੀਕਲ ਦਿਖਾ ਰਹੇ ਆ ਮਹਾਰਾਜ। ਇੱਕ ਤਾਂ ਹੁੰਦਾ ਵੀ ਕਿਸੇ ਨੂੰ ਕਥਾ ਸੁਣਾ ਦੇ, ਸਮਝ ਆਈ ਨਾ, ਇੱਕ ਦਿਖਾ ਦੇਣਾ ਵੀ ਆਹ ਦੇਖ, ਦਿਖਾ ਰਹੇ ਆ। ਉਹ ਪੀਰ ਸੁਣ ਰਿਹਾ। ਉਹ ਸ਼ੇਰ ਦੀ ਆਤਮਾ ਕਹਿ ਰਹੀ ਹੈ ਕਿ ਮੈਂ ਜਾਨਵਰ ਸੀਗਾ,
ਘਰ ਆਇਆਂ ਦੀ ਸੇਵਾ ਕਰਕੇ ਅੱਜ ਮੈਂ ਇਸ ਵਰਗ 'ਚ ਬੈਠਾ ਹਾਂ। ਘਰ ਆਏ ਅਤਿਥੀ ਦੀ ਸੇਵਾ ਵਰਗਾ ਕੋਈ ਪੁੰਨ ਨਹੀਂ, ਕੋਈ ਪੁੰਨ ਨਹੀਂ, ਕੋਈ ਪੁੰਨ ਨਹੀਂ। ਹਾਂਜੀ। ਨਹਿ ਗ੍ਰਸਤੀ ਕੇ ਅਪਰ ਸਮਾਨਾ। ਤੇ ਗ੍ਰਸਤੀ ਵਾਸਤੇ ਸਭ ਤੋਂ ਵੱਡਾ ਦਾਨ ਪੁੰਨ, ਜਪ ਤਪ, ਪੂਜਾ ਪਾਠ ਇਹ ਹੈ। ਉਹਦੇ ਘਰ ਰੋਟੀ ਦੇ ਟਾਈਮ ਕੋਈ ਆ ਜੇ ਉਹਨੂੰ ਰੋਟੀ ਜ਼ਰੂਰ ਖਵਾਓ। ਅਤੇ ਜੇ ਉਹ ਤੁਹਾਡੇ ਘਰ ਉਹ ਰਾਤ ਰਹਿਣਾ ਚਾਹੁੰਦਾ ਉਹਨੂੰ ਮੰਜਾ ਬਿਸਤਰਾ ਦੇ ਦਿਓ। ਇਸ ਤੋਂ ਵੱਡਾ ਨਹੀਂ ਕੋਈ ਧਰਮ ਗ੍ਰਸਤੀ ਦਾ। ਹਾਂਜੀ। ਇਹ ਸਭ ਪੀਰ ਸੁਣੀ ਜਬ ਕਾਨ। ਇਹ ਜਦੋਂ ਬਚਨ ਪੀਰ ਨੇ ਸੁਣੇ ਹਨ, ਕਰਿਓ ਜਗਾਵਨ ਪਰਿਓ ਜਥਾਨ। ਤੇ ਸਾਧ ਸੰਗਤ ਜੀ ਉਹ ਪੀਰ ਜਿਹੜਾ ਸੀ ਨਾ ਉਹਨੂੰ ਸੋਝੀ ਹੋ ਗਈ। ਮਹਾਰਾਜ ਉਹਨੂੰ ਜਗਾ ਲਿਆ, ਕਹਿੰਦੇ ਉੱਠ ਬਈ। ਉਹਦੇ ਲੰਮਾ ਪਾਇਆ ਸੀ ਨਾ, ਸਰੀਰ ਉਹਦਾ ਇੱਥੇ ਸੀ। ਉਹ ਸੁਪਨੇ 'ਚੋਂ ਮਹਾਰਾਜ ਨੇ ਵਾਪਸ ਲੈ ਜਾਂਦਾ ਉਸਨੂੰ। ਹਾਂਜੀ। ਉਠਤ ਚਰਨ ਪਰ ਬੰਧਨ ਕੀਨ। ਉਹ ਮੁਸਲਮਾਨ ਪੀਰ ਉੱਠ ਕੇ ਸਿੱਧਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨੂੰ ਔਲਿਆ। ਉਹਨੇ ਚਰਨਾਂ ਦੇ ਮੱਥਾ ਟੇਕਿਆ। ਰਾਵਰ ਭੇਦ ਸਕਿਓ ਨਹਿ ਚੀਨ। ਕਹਿਣ ਲੱਗਾ ਗਰੀਬ ਨਵਾਜ ਸਤਿਗੁਰੂ ਮੈਂ ਆਪ ਦਾ ਭੇਦ ਨਹੀਂ ਪਾ ਸਕਿਆ। ਜੋ ਤੁਮ ਕਹੋ ਸੋ ਹੈ ਸਭ ਨੇਕੀ। ਜੋ ਆਪ ਜੀ ਨੇ ਕਿਹਾ ਸਭ ਠੀਕ ਹੈ ਸਤਿਗੁਰੂ ਜੀ। ਰਾਵਰ ਕਰੈ ਬਿਨਾ ਬਹੁ ਫੀਕੀ। ਆਪ ਜੀ ਸੱਚੇ ਪਾਤਸ਼ਾਹ ਜੋ ਕਰ ਰਹੇ ਹੋ ਨਾ ਉਹ ਠੀਕ ਹੈ, ਬਾਕੀ ਸਭ ਫਿੱਕਾ ਹੀ ਹੈ ਦੁਨੀਆ ਤੇ। ਹਾਂਜੀ। ਜਗਤ ਉਦਾਹਰਨ ਧਾਰਨ ਤਨ ਕੋ। ਆਪ ਜੀ ਨੇ ਦੁਨੀਆ ਦੇ ਭਲੇ ਲਈ ਅਵਤਾਰ ਧਾਰਿਆ। ਲੋਕ ਪਰ ਸੁਖੀਏ ਪਰਲੋਕ ਸਹੇਲੇ ਬਣਾਉਣ ਲਈ ਆਏ ਹੋ। ਮੈਂ ਅਸ ਨਿਸ਼ਚੈ ਕੀਨਸ ਮਨ ਕੋ। ਮੈਂ ਆਪਣੇ ਮਨ 'ਚ ਐਸਾ ਨਿਸ਼ਚਾ ਕਰ ਲਿਆ ਗੁਰੂ ਜੀ ਤੁਹਾਡੇ ਤੇ ਪੂਰਨ ਭਰੋਸਾ ਹੈ, ਤੁਸੀਂ ਸਹੀ ਰਸਤਾ ਦੱਸਿਆ। ਸਤਿਗੁਰ ਖੁਸ਼ੀ ਭਏ ਸੁਣ ਬਿਨਤੀ। ਉਸ ਪੀਰ ਦੀ ਬੇਨਤੀ ਸੁਣ ਕੇ ਦੀਨ ਦਿਆਲ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕੀਤੀ। ਸ਼ਰਧਾ ਦਈ ਤਿਆਗ ਬੈ ਗਿਣਤੀ। ਉਹਦੇ ਸ਼ੰਕੇ ਮੇਟ ਦਿੱਤੇ ਤੇ ਉਹਦੇ ਮਨ 'ਚ ਸ਼ਰਧਾ ਭਾਵਨਾ ਬਿਠਾ ਦਿੱਤੀ। ਬੰਧਨ ਕਰ ਨਿਜ ਧਾਮ ਸਿਧਾਰਾ। ਮੱਥਾ ਟੇਕ ਕੇ ਆਪਣੇ ਘਰ ਚਲਾ ਗਿਆ। ਅਪਰਥਾਨ ਮਹਿ ਸੁਜਸ ਪਸਾਰਾ। ਰੋਪੜ ਜਾ ਕੇ ਲੋਕਾਂ ਨੂੰ ਦੱਸਦਾ ਵੀ ਅਸਲੀ ਗੁਰੂ ਤੇ ਗੁਰੂ ਤੇਗ ਬਹਾਦਰ ਜੀ ਨੇ, ਚਲੋ ਉਹਨਾਂ ਦੀ ਸ਼ਰਨ। ਉਹ ਮੁਸਲਮਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਪ੍ਰਚਾਰ ਕੀਤਾ ਲੋਕਾਂ 'ਚ ਵੀ ਅਸਲੀ ਧਰਮ ਇਹ ਹੈ। ਆਏ ਗਏ ਨੂੰ ਪ੍ਰਸ਼ਾਦਾ ਛਕਾਉਣਾ, ਆਏ ਗਏ ਨੂੰ ਮੰਜਾ ਬਿਸਤਰਾ ਦੇਣਾ। ਜਿਹੜਾ ਇਹ ਕਰ ਗਿਆ ਉਹ ਗ੍ਰਸਤੀ ਗੰਗਾ ਕਾ ਨੀਰ ਹੈ। ਇਹ ਪਵਿੱਤਰ ਬਚਨ ਸਾਧ ਸੰਗਤ ਜੀ ਗੁਰੂ ਕੀ ਸੰਗਤ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰਾਥੇ ਗਮ ਪੂਰਨ। ਮੋਹਿ ਮੈਂ ਧਾਰ। ਆਂਧ ਕੋ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ। ਕਿਰਪਾ ਨਿਜ ਦਇਆਲ। ਏਕ ਅਖਰ ਹਰ ਮਨ ਵਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੁਤਰੇ ਪਾਰ। ਦਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰਤ ਹਰੀਆ। ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ। ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ।
ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ। ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ। ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ। ਗਏ ਮਸਕਤ ਕਹਾਲ, ਨਾਨਕ ਦੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਭਗਤ ਤੇਰੇ ਤੁਮਰੀ ਕਿਰਪਾ, ਮੈਂ ਸੁਖ ਕਨੇਰੇ। ਤੁਮਰਾ ਅੰਤ ਉਚਿਤੇ, ਊਚਾ ਭਗਵੰਤ। ਸੂਤਰ ਧਾਰੀ ਤੁਮ ਤੇ ਹੋਏ, ਸੁਆਗਿਆਕਾਰੀ। ਤੁਮੀ ਜਾਣੀ ਨਾਨਕ ਦਾਸ, ਸਦਾ ਕੁਰਬਾਨੀ। ਚੜ੍ਹਦੀ ਕਲਾ ਖਾਲਸਾ, ਵਾਹਿਗੁਰੂ ਜੀ ਕਬੀਰ ਜਲਾਲੋ ਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜੀਓ। ਸੋ ਕਹੋ ਟਲ ਗੁਰ ਸੇਵੀਐ, ਨਿਸ ਸਹਿਜ ਸੁਭਾਏ।
ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਿਲੰਗ ਮਹੱਲਾ ਪੰਜਵਾਂ। ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੈ, ਸਚ ਸਾਹ ਬੰਦੀ ਮੋਚ। ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੈ, ਸਜ ਸਾਹ ਬੰਦੀ ਮੋਚ। ਰਹਾਉ ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ। ਪਾਕ ਪਰਵਦਗਾਰ ਤੂੰ, ਖੁਦ ਖਸਮ ਵੱਡਾ ਤੋਲ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ। ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ। ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ। ਨਾਨਕ ਪ੍ਰਭ ਵਿਨਾਸੀ, ਤਾਂ ਕੀ ਸੇਵ ਨਾ ਮਿਰਥੀ ਜਾਸੀ। ਆਨੰਦ ਕਰਾਂ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਧਾਤੀ ਭਾਵਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਰ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ ਪ੍ਰਭ ਪਾਈ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੈ। ਨਿਕਲ ਨ ਜਾਈਏ ਦੂਤ ਮਨ ਮੈਂ, ਚਿਤੋਂ ਚਿਤ ਬਣੀ ਉਦਮ ਕਰੋ ਉਠ ਨੀਤ। ਹਰ ਕੀਰਤਨ ਕਾਇਆ ਹਰੋ ਹਰ ਦੇਹੋ, ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਤੀ ਮਹੱਲਾ ਪਹਿਲਾ। ਜੈ ਕਰ ਕੀਰਤ ਆਖੀਐ ਕਰਤੇ ਕਾ, ਹੋਏ ਵਿਚਾਰੋ ਤਿਸ ਪਰ ਗਾਵੋ। ਸੋਹਿਲਾ ਸਿਵਰਿਓ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ। ਸੋਹਿਲਾ ਹਉ ਵਾਰੀ ਜਿਤ, ਸੋਹਿਲਾ ਸਦਾ ਸੁਖ ਹੋਏ। ਰਹਾਉ ਨਿਤ ਨਿਜੀੜੇ ਸਮਾਲੀਨ, ਦੇਖੇਗਾ ਦੇਵਨਹਾਰ। ਤੇਰਾ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਉ ਦੇਹੋ। ਸਜਨ ਆਸੀਸੜੀਆਂ ਜਿਉ ਹੋਵੈ, ਸਿਉ ਮੇਲ ਘਰ ਕਰੇ ਹੋ ਪਹੁੰਚਾ। ਸਦੜੇ ਨਿਤ ਪਵਨ ਸਿਰਜਨਹਾਰਾ ਸਿਮਰਿਐ, ਨਾਨਕ ਸੇ ਦੇਹ ਵਨ ਰਾਗਾ ਸਾ। ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਕੋਈ। ਰਹਾਉ ਵਿਸਵੇ ਚ ਸਿੰਘ ਘੜੀਆਂ, ਪੈਰਾਂ ਤੱਤੀ ਵਾਰੀ ਮਾ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੀਰਤੇ ਵੇਸ਼ ਰਾਗ ਧਨਾਸਰੀ। ਮਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ, ਦੀਪਕ ਬਨੇ ਤਾਰਕਾ ਮੰਡਲ। ਜਨਕ ਮੋਤੀ ਧੂਪ ਮਲਿਆਣ, ਲੋ ਪਾਉਣ ਚਵਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ। ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਿੱਚ। ਸਹਿਸ ਤਬ ਨੈਨ ਨਾਨ ਨੈਨ ਹੈ ਤੋਹੇ ਕੋ। ਸਹਿਸ ਮੂਰਤ ਨਾਨਕ ਤੋਈ, ਸਹਿਸ ਪਦ ਨਾਨਕ ਪਰ। ਸਹਿਸ ਤਬ ਜਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਕਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਕ ਮਨੋ ਅੰਦਰੋਂ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ, ਖੁਰ ਜਾਤੇ ਤੇ ਨਾਮ ਸਾਰਾ। ਗੌੜੀ ਪੂਰਬੀ। ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਘਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹਾਉ ਸਾਖਤ ਹਾਰਾ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ। ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਔਧ ਕਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾ ਸਵਾਰੇ। ਰਹਿਓ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ
ਪੁਰਖ ਵਿਧਾਤੇ ਸਰਧਾ ਪੂਰੇ ਨਾਨਕ ਦਾਸ ਇਹ ਸੁਖ ਮੋਕੋ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਵਿਧਾ ਸਰਧਾ ਮਨ ਕੀ ਨਾਨਕ ਦਾਸ ਇਹ ਸੁਖ ਮੋਕੋ ਕਰ ਸੰਤਨ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।